ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ। ਮੈਂ ਲਖਵਿੰਦਰ ਕੌਸ਼ਿਕ। ਅਸੀਂ ਅੱਜ ਮੈਕਫਲਿਪਸ ਐਂਡ ਲੀਲਾ ਦੇ ਜਿਹੜੇ ਇੰਟਰਸੈਕਸ਼ਨ ਦੇ ਉੱਤੇ ਖੜ੍ਹੇ ਹਾਂ। ਇਹ ਖੜ੍ਹਨ ਦਾ ਕਾਰਨ ਜੋ ਕਿ 2-3 ਵੀਕ ਪਹਿਲਾਂ ਵੀ ਇਸ ਸੰਬੰਧ ਦੇ ਵਿੱਚ ਜਿਹੜੇ ਐਂਬਰ ਟ੍ਰੇਲ, ਐਂਬਰ ਗੇਟਸ, ਆਪਣੇ ਅਰੋੜਾ ਹੋਮਸ ਅਤੇ ਕੈਸਲਬਰੀ ਏਰੀਏ ਦੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਮਤਲਬ ਕੁੱਲ ਮਿਲਾ ਕੇ ਮੈਪਲ ਏਰੀਏ ਦੇ ਵਿੱਚ ਨਾਰਥ ਜਿਹੜੇ ਇਹ ਨਵੀਂ ਜਿਹੜੀ ਕਮਿਊਨਿਟੀ ਬਣੀ ਆ ਟੋਟਲੀ, ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਅਸੀਂ ਉਹਨਾਂ ਦੇ ਸੰਬੰਧ ਦੇ ਵਿੱਚ ਹੈਗੇ। ਜਿਹੜੀ ਡੈਮੋਨਸਟ੍ਰੇਸ਼ਨ ਇੱਥੇ ਜਿਹੜੇ ਉੱਥੇ ਦੇ ਮਤਲਬ ਸਾਰੇ ਏਰੀਏ ਦੇ ਬਸ਼ਿੰਦੇ ਨੇ ਉਹ ਇੱਥੇ ਖੜ੍ਹੇ ਨੇ ਇਸ ਚੌਂਕ ਦੇ ਵਿੱਚ। ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਘੁਮਾ ਕੇ ਦਿਖਾਇਆ ਜਾਵੇ, ਉਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਦੇ ਹਾਂ। ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਮੇਰੇ ਨਾਲ MP ਸਿੰਘ ਜੀ ਨੇ, ਕੀ ਕਹੋਗੇ ਸਰ? ਇਹ ਜੀ ਦੂਸਰੀ ਵਾਰੀ ਇਹ ਲੋਕ ਸਾਰੇ ਇਸ ਏਰੀਏ ਜਿਵੇਂ ਤੁਸੀਂ ਨਾਂ ਲਿਆ ਹੈਗਾ ਜੀ ਉਹ ਸਾਰੇ ਦੂਜੀ ਵਾਰੀ ਇੱਥੇ ਇਕੱਠੇ ਹੋਏ ਆ ਜੀ। ਔਰ ਇਹਨਾਂ ਦੇ ਲੋਕਾਂ ਦੀਆਂ ਸਾਰਿਆਂ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਉਹ ਕੁਛ ਸਿਟੀ ਨਾਲ ਰਿਲੇਟਡ ਹੈਗੀਆਂ ਜੀ, ਕੁਛ ਪ੍ਰੋਵਿੰਸ ਨਾਲ ਰਿਲੇਟਡ ਵੀ ਹੈਗੀਆਂ ਜੀ। ਪ੍ਰੋਵਿੰਸ ਨਾਲ ਰਿਲੇਟਡ ਜਿਵੇਂ ਸਕੂਲਾਂ ਦੀ ਗੱਲ ਹੈ, ਪਾਰਕਾਂ ਦੀ ਗੱਲ ਹੈ, ਸਕੂਲਾਂ ਦੀ ਗੱਲ ਮੇਨ ਕਰਕੇ। ਪਾਰਕਾਂ ਦੀ ਗੱਲ ਤਾਂ ਸਿਟੀ ਨਾਲ ਰਿਲੇਟਡ ਹੈ, ਬੱਸ ਸਰਵਿਸ ਦੀ ਗੱਲ ਹੈ, ਕਿਤੇ ਸਾਈਡ ਵਾਕ ਦੀ ਗੱਲ ਹੈ, ਕੋਈ ਟ੍ਰੈਫਿਕ ਲਾਈਟਸ ਦੀ ਗੱਲ ਹੈ। ਇਹ ਸਾਰਾ ਕੁਛ ਜਿਹੜਾ ਸੰਬੰਧ ਰੱਖਦਾ ਸਿਟੀ ਨਾਲ। ਦੂਜੀ ਵਾਰੀ ਇਕੱਠੇ ਹੋਣ ਦੇ ਪਿੱਛੇ ਕਾਰਨ ਇਹੀ ਸੀ ਕਿ ਪਹਿਲੀ ਵਾਰੀ ਲੋਕਾਂ ਨੇ ਜਦੋਂ ਆਪਣੀਆਂ ਡਿਮਾਂਡਸ ਰੱਖੀਆਂ ਤੇ ਸਿਟੀ ਨੇ ਜਾਂ ਪ੍ਰੋਵਿੰਸ ਨੇ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਮਜਬੂਰ ਹੋ ਕੇ ਸਾਰੇ ਏਰੀਏ ਦੇ ਲੋਕ ਜਿਹੜੇ ਉਹ ਇਕੱਠੇ ਹੋਏ ਆ। ਮੈਨੂੰ ਲੱਗਦਾ ਕਿ ਲੋਕਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਹੈਗੀਆਂ ਇਹ ਮੰਨਣੀਆਂ ਚਾਹੀਦੀਆਂ। ਜੀ ਬਿਲਕੁਲ ਜੀ। ਲੋਕ ਤਾਂ ਹੀ ਘਰਾਂ 'ਚੋਂ ਬਾਹਰ ਨਿਕਲਦੇ ਨੇ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਨਹੀਂ ਕੈਨੇਡਾ ਦੇ ਵਿੱਚ ਕੋਈ ਬੰਦਾ ਵਿਹਲੀ ਨਹੀਂ ਹੈਗਾ। ਸਾਡੇ ਨਾਲ ਇੱਧਰ ਗਗਨ ਬਾਟਲੀ ਜੀ ਖੜੇ ਨੇ। ਬਾਟਲੀ ਸਾਹਿਬ, ਕੀ ਕਹੋਗੇ ਤੁਸੀਂ? ਮੈਂ ਤਾਂ ਇਹ ਕਹੂੰਗਾ ਜੀ, ਆਪਾਂ ਜੇ ਸਾਲ 2 ਸਾਲ ਪਹਿਲਾਂ ਦੇਖੀਏ ਤਾਂ ਇੱਥੇ ਟ੍ਰੈਫਿਕ ਵੀ ਬਹੁਤ ਘੱਟ ਸੀ, ਪੋਪੂਲੇਸ਼ਨ ਵੀ ਬਹੁਤ ਘੱਟ ਸੀ। ਉਸ ਹਿਸਾਬ ਨਾਲ ਹੁਣ ਘਰ ਕਿੰਨੇ ਵੱਧ ਗਏ ਨੇ। ਅਸੀਂ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲਿਆਂ ਵਿੱਚੋਂ ਹੈਗੇ ਆ ਵਿਨੀਪੈਗ 'ਚ, ਪਰ ਉਸ ਹਿਸਾਬ ਨਾਲ ਨਾ ਫੈਸਿਲਿਟੀ ਮਤਲਬ ਤੁਸੀਂ ਸੜਕਾਂ ਦੀ ਹਾਲਤ ਵੀ ਜੇ ਦੇਖ ਲਓ ਤੇ ਹਰ ਸਾਰੀਆਂ ਟੁੱਟੀਆਂ ਪਈਆਂ, ਕੋਈ ਸਾਈਡ ਵਾਕ ਨਹੀਂ ਹੈ। ਸਕੂਲ ਦਾ ਤਾਂ ਚਲੋ ਇਹੀ ਹੈ ਕਿ 5ਵੀਂ ਤੱਕ ਸਕੂਲ ਹੈ ਤੇ ਉਹ ਵੀ ਫਰੈਂਚ ਹੈਗਾ ਤੇ ਉਹਨੂੰ ਇੰਗਲਿਸ਼ ਕਨਵਰਟ ਕਰਨ ਲਈ ਉਹਨਾਂ ਨੇ ਇੱਕ ਅਰਜ਼ੀ ਲੈ ਲਈ ਹੈ, ਬਟ ਦੇਖੋ ਅੱਗੋਂ ਕੀ ਬਣਦਾ। ਪਰ ਜੋ ਬੇਸਿਕ ਫੈਸਿਲਿਟੀਜ਼ ਕੈਨੇਡਾ ਵਰਗੇ ਮੁਲਕ 'ਚ ਮਿਲਣੀਆਂ ਚਾਹੀਦੀਆਂ ਉਹਨਾਂ ਤੋਂ ਸਾਰੇ ਲੋਕ ਨੇ ਉਹ ਪਰੇਸ਼ਾਨ ਨੇ ਕਿ ਨਹੀਂ ਮਿਲਦੀਆਂ ਪਈਆਂ। ਇਸ ਲਈ ਸਾਡੀ ਸਰਕਾਰ ਨੂੰ, ਕਾਉਂਸਲਰਸ ਨੂੰ ਕੁਝ ਕੰਮ ਕਰਨਾ ਚਾਹੀਦਾ ਇਹਦੇ ਲਈ ਤੇ ਸਾਨੂੰ ਐਸੇ ਮਜਬੂਰ ਨਾ ਹੋਣਾ ਪਵੇ ਕਿ ਦੁਬਾਰਾ ਫਿਰ ਸੜਕਾਂ ਤੇ ਨਿਕਲੀਏ ਤੇ ਪ੍ਰੋਟੈਸਟ ਕਰੀਏ ਇਹਨਾਂ ਦੇ ਲਈ। ਬਿਲਕੁਲ ਜੀ। ਜਿਹੜੇ ਚੁਣੇ ਹੋਏ ਲੀਡਰ ਹੁੰਦੇ ਨੇ, ਜਦੋਂ ਉਹ ਵਾਅਦੇ ਕਰਦੇ ਨੇ, ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਸ ਟਾਈਮ ਉਹ ਵਾਅਦੇ ਕਰਦੇ ਨੇ ਵੀ ਅਸੀਂ ਸਾਨੂੰ ਵੋਟਾਂ ਪਾਓ, ਸਾਨੂੰ ਚੁਣੋ, ਅਸੀਂ ਤੁਹਾਡੀ ਕਮਿਊਨਿਟੀ ਲਈ ਇਹ ਕੰਮ ਕਰਾਂਗੇ, ਉਹ ਕੰਮ ਕਰਾਂਗੇ, ਪਰ ਕੰਮ ਹੁੰਦੇ ਨਹੀਂ। ਜੇ ਕੰਮ ਹੁੰਦੇ ਹੁਣ ਲੋਕ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ, ਕੈਨੇਡਾ ਦੇ ਵਿੱਚ ਕੋਈ ਵਿਹਲਾ ਨਹੀਂ ਹੈਗਾ ਇੱਦਾਂ ਸੜਕਾਂ ਦੇ ਉੱਤੇ, ਚੌਂਕਾਂ ਦੇ ਵਿੱਚ ਨਾ ਖੜਨ। ਸਾਡੇ ਨਾਲ ਹੋਰ ਵੀ ਵੀਰ ਜੀ ਖੜੇ ਨੇ, ਕੀ ਕਹੋਗੇ ਸਰ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਬਹੁਤ ਸਾਰੇ ਮੁੱਦੇ ਜਿਹੜੇ ਤੁਸੀਂ ਆਲਰੇਡੀ ਕਰ ਚੁੱਕੇ ਆ ਜਿਨ੍ਹਾਂ ਦਾ ਜ਼ਿਕਰ, ਉਹ ਠੀਕ ਨੇ ਆਪਣੀ ਜਗ੍ਹਾ 'ਤੇ। ਲੇਕਿਨ ਇੱਕ ਹੋਰ ਮੇਜਰ ਮੁੱਦਾ ਜਿਹੜਾ ਵਿਨੀਪੈਗ ਦੇ ਵਿੱਚ ਜਿਹੜਾ ਸਾਡੀ ਚਿੰਤਾ ਦਾ ਵਿਸ਼ਾ ਬਣ ਰਿਹਾ ਉਹ ਇਹ ਆ ਬਈ ਬਹੁਤ ਸਾਰੀ ਜਗ੍ਹਾ ਇੱਦਾਂ ਦੀ ਆ, ਜਿੱਦਾਂ ਇੱਕ ਐਗਜ਼ਾਮਪਲ ਲਈਏ ਕਿ ਨਾਰਥ ਗੇਟ ਦਾ ਜਿਹੜਾ ਪਾਰਕਿੰਗ ਲੋਟ ਆ, ਉੱਥੇ ਬਹੁਤ ਸਾਰੇ ਲੋਕ ਜਿਹੜੇ ਆ ਕਿਸੇ ਸ਼ਾਮ ਦੇ ਟਾਈਮ ਪਾਰਕਿੰਗ ਲੋਟ ਦੇ ਵਿੱਚ ਹੁੱਲੜਬਾਜੀ ਕਰਦੇ ਆ। ਠੀਕ ਹੈ, ਗੱਡੀਆਂ ਦੇ ਵਿੱਚ ਬਹੁਤ ਉੱਚੀ ਉੱਚੀ ਮਿਊਜ਼ਿਕ ਲਾ ਕੇ ਤੇ ਉਹ ਗੱਡੀਆਂ ਨੂੰ ਬੜੇ ਬੁਰੀ ਤਰੀਕੇ ਨਾਲ ਚਲਾ ਕੇ, ਆਵਾਜ਼ਾਂ ਕਰਕੇ ਹੁੱਲੜਬਾਜੀ ਕਰਦੇ ਆ। ਜਾਂ ਉਹ ਜਿਹੜੀਆਂ ਚੀਜ਼ਾਂ ਹੈ ਨਾ, ਸਾਨੂੰ ਉਹਨਾਂ 'ਤੇ ਵੀ ਧਿਆਨ ਦੇਣਾ ਚਾਹੀਦਾ। ਠੀਕ ਹੈ, ਉਹਨੂੰ ਆਪਾਂ ਕੰਟਰੋਲ ਕਰਨ ਲਈ ਹੁਣ ਸਾਡੇ ਕੋਲ ਟਾਈਮ ਹੈਗਾ ਆ ਨਾ। ਠੀਕ ਹੈ, ਕੁਝ ਲੋਕ ਇੱਦਾਂ ਦੇ ਆ ਜਿਹੜੇ ਕਹਿੰਦੇ ਪਏ ਆ ਵਿਨੀਪੈਗ ਜਿਹੜਾ ਥੋੜ੍ਹੇ ਟਾਈਮ 'ਤੇ ਬਰੈਂਪਟਨ ਬਣਨ ਵਾਲਾ ਆ। ਉਹ ਸਾਨੂੰ ਸਾਰੇ ਵਿਨੀਪੈਗ ਵਾਸੀਆਂ ਨੂੰ ਜਿਹੜਾ ਆ ਚਿੰਤਾ ਕਰਨੀ ਚਾਹੀਦੀ ਉਸ ਗੱਲ 'ਤੇ, ਉਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਵੀ ਆਪਾਂ ਇਹਨੂੰ ਕਿੱਦਾਂ ਕੰਟਰੋਲ ਕਰ ਸਕਦੇ ਹਾਂ। ਬਿਲਕੁਲ ਜੀ। ਹਰ ਇੱਕ ਬੰਦਾ ਇੱਥੇ ਚਿੰਤਾ ਦੇ ਵਿੱਚ ਆਏਗਾ ਵੀ ਕਿਤੇ ਵਿਨੀਪੈਗ ਵੀ ਬਰੈਂਪਟਨ ਨਾ ਬਣ ਜਾਵੇ। ਵੈਸੇ ਬਰੈਂਪਟਨ ਠੀਕ ਆ, ਪਰ ਉੱਥੇ ਜਿਹੜੀ ਹੁੱਲੜਬਾਜੀ ਹੁੰਦੀ ਆ ਉਹ ਇੱਥੇ ਨਾ ਸਟਾਰਟ ਹੋ ਜਾਵੇ। ਇਸ ਚੀਜ਼ ਤੋਂ ਵੀ ਸਾਰੇ ਲੋਕ ਚਿੰਤਤ ਨੇ। ਕੀ ਕਹੋ ਸਰ? ਮੈਂ ਇਹਦੇ ਬਾਰੇ ਕੀ ਕਹਿ ਸਕਦਾ। ਇਹ ਤਾਂ ਜਿਹੜੀਆਂ ਕੋਈ ਸਿਟੀ ਦੀਆਂ ਲਿਮਿਟੇਸ਼ਨਾਂ ਹੈਗੀਆਂ ਇਹਨੂੰ ਪੂਰੀਆਂ ਕਰਨੀਆਂ ਚਾਹੀਦੀਆਂ। ਜਿੱਥੇ ਵੀ ਰੈਜ਼ੀਡੈਂਸ਼ੀਅਲ ਹੈਗਾ ਉਹਨੂੰ ਉਹਦੀਆਂ ਫੁੱਲ ਸਰਵਿਸ ਕਰਨੀਆਂ ਚਾਹੀਦੀਆਂ ਤੇ ਸਾਰਾ ਕੁਝ ਜਿਹੜਾ ਹੈਗਾ ਉਹ ਸਿਟੀ ਦੇ ਥੱਲੇ ਹੋਣਾ ਚਾਹੀਦਾ, ਨਾ ਕਿ ਪ੍ਰਾਈਵੇਟੇਸ਼ਨ। ਜੌਬ ਕ੍ਰੀਏਸ਼ਨ ਹੋਣੀ ਚਾਹੀਦੀ ਹੈ, ਲੋਕਾਂ ਦੀ ਸੇਫਟੀ ਵਾਸਤੇ ਕੰਮ ਹੋਣਾ ਚਾਹੀਦਾ ਤੇ ਨਾ ਕਿ ਲੋਕਾਂ ਕੋਲੇ ਸਿਰਫ ਫੋਕੇ ਵਾਅਦੇ ਹੋਣ। ਜਿਵੇਂ ਕਿ ਪੰਜਾਬ ਦੇ ਵਿੱਚ ਫੋਕੇ ਵਾਅਦੇ ਚੱਲਦੇ ਆ, ਉਵੇਂ ਹੀ ਇੱਥੇ ਵੀ ਜਿਹੜੇ ਫੋਕੇ ਵਾਅਦੇ ਉਹ ਨਾ ਹੋਣ। ਬਿਲਕੁਲ ਜੀ। ਲੀਡਰ, ਮੈਂ ਜਿਵੇਂ ਪਹਿਲਾਂ ਕਿਹਾ ਹੈਗਾ, ਲੀਡਰ ਵੋਟਾਂ ਲੈਣ ਵੇਲੇ ਜਿਹੜੇ ਵਾਅਦੇ ਕਰਦੇ ਨੇ ਉਹਨਾਂ ਦੇ ਉੱਤੇ ਖਰੇ ਨਹੀਂ ਉਤਰਦੇ। ਇੱਧਰ ਸਾਡੇ ਬਜ਼ੁਰਗ ਵੀ ਖੜੇ ਨੇਗੇ। ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜ੍ਹਾ ਜਿਹਾ ਇੱਧਰ ਨੂੰ ਆ ਕੇ ਵਾਈਡ ਕਰਕੇ ਦਿਖਾਇਆ ਜਾਵੇ ਜੀ। ਇਹ ਅਰੋੜਾ ਹੋਮਸ ਕਮਿਊਨਿਟੀ ਜਿਹੜੀ ਨਵੀਂ ਕਮਿਊਨਿਟੀ ਬਣੀ ਆ ਜੀ, ਬਿਲਕੁਲ ਮੈਕਫਲਿਪਸ ਤੇ ਕੋਆਪ ਦੇ ਪੰਪ ਤੋਂ ਅੱਗੇ ਜਾ ਕੇ। ਕੀ ਪ੍ਰੋਬਲਮ ਨੇ ਜੀ ਤੁਹਾਡੇ ਏਰੀਆ?
ਉੱਥੇ ਜੀ ਇੱਕ ਤਾਂ ਬੱਚਿਆਂ ਦੇ ਖੇਡਣ ਵਾਸਤੇ ਕੋਈ ਸਹੂਲਤ ਨਹੀਂ ਹੈ ਜੀ, ਕੋਈ ਗਰਾਊਂਡਾਂ ਨਹੀਂ, ਕੋਈ ਖਾਸ ਹੈ ਨਹੀਂ ਪਲੇ ਵਾਸਤੇ ਬੱਚਿਆਂ ਦੇ ਵਾਸਤੇ। ਜੀ ਤੇ ਇੱਕ ਸਾਡੇ ਵੱਡੇ ਬੱਚੇ ਆ ਸਟੂਡੈਂਟ ਜਾਂਦੇ ਆ, ਉਹ ਕਹਿੰਦੇ ਸਾਨੂੰ ਬੱਸ ਨਹੀਂ ਹੈ, ਇੰਨੀ ਕੋਈ ਪ੍ਰੋਬਲਮ ਵੀ ਸੈਚਰਡੇ ਸੰਡੇ ਤਾਂ ਹੁੰਦੀ ਹੋਈ ਨਹੀਂ ਨਾ, ਜੀ ਦੂਜੇ ਦਿਨ ਹੁੰਦੀ ਆ, ਕਹਿੰਦੇ ਮੁੜ ਕੇ ਕਈਆਂ ਨੇ ਬੱਚੇ ਨੇ ਆਉਣਾ ਜਾਣਾ ਹੁੰਦਾ ਰਾਤ ਨੂੰ, ਸੈਚਰਡੇ ਸੰਡੇ ਨੂੰ ਉੱਦੇ ਹੈ ਨਹੀਂ ਗੀ। ਇੱਕ ਸਾਨੂੰ ਬਜ਼ੁਰਗਾਂ ਵਾਸਤੇ ਵੀ ਥੋੜਾ ਬਹੁਤਾ ਬੈਠਣ ਨੂੰ ਕੋਈ ਸਹੂਲਤ ਚਾਹੀਦੀ ਹੈ ਜੀ। ਬਿਲਕੁਲ ਜੀ, ਥੋੜਾ ਬਹੁਤਾ ਕਿਉਂ ਪੂਰਾ ਬੈਠਣ ਲਈ ਸਹੂਲਤ ਬਜ਼ੁਰਗਾਂ ਨੂੰ ਵੀ ਚਾਹੀਦੀ ਆ, ਬੱਸ ਸਰਵਿਸ ਚਾਹੀਦੀ ਆ, ਕਿਉਂਕਿ ਬੱਚਿਆਂ ਨੇ ਕਾਲਜ ਜਾਣਾ, ਯੂਨੀਵਰਸਿਟੀ ਜਾਣਾ, ਉੱਥੋਂ ਆਣਾ ਜਾਣਾ ਬੱਚਿਆਂ ਨੂੰ ਔਖਾ ਹੈਗਾ। ਕੀ ਕਹੋਗੇ ਜੀ? ਤੁਸੀਂ ਵੀ ਅਰੋੜਾ ਹੋਮ ਤੋਂ ਹੀ? ਕੋਈ ਗੱਲ ਨਹੀਂ, ਤੁਸੀਂ ਦੱਸੋ। ਅੱਛਾ ਆਓ ਸਰ, ਇੱਧਰ ਵੀ ਸਾਡੇ ਨਾਲ ਵੀਰ ਜੀ ਖੜੇ ਨੇ। ਅਰੋੜਾ ਨੀਡਸ ਰੈਗੂਲਰ ਜਿਹੜੀ ਟਰਾਂਸ ਸਰਵਿਸ, ਮਤਲਬ ਬੱਸ ਸਰਵਿਸ ਦੀ ਇਹਨਾਂ ਨੂੰ ਰੈਗੂਲਰ ਜ਼ਰੂਰਤ ਹੈ ਜੀ। ਬੱਸ ਸਰਵਿਸ ਮੇਨ ਇਹ ਗੱਲ ਆ ਜੀ। ਹੁਣ ਮੇਰੀ ਸਿਸਟਰ ਆਉਂਦੀ ਆ, ਹਰ ਰੋਜ਼ ਕਾਲਜ ਜਾਣਾ, ਯੂਨੀਵਰਸਿਟੀ ਜਾਣਾ ਹੁੰਦਾ, ਹਰ ਰੋਜ਼ ਡ੍ਰੌਪ ਕਰਨਾ ਪੈਂਦਾ, ਇੱਥੇ ਇੱਕ ਬੰਦਾ ਚਾਹੀਦਾ ਤੇ ਪਿਕਅਪ ਕਰਨਾ ਪੈਂਦਾ ਜੀ। ਤੇ ਜਿਹੜੀ ਸਭ ਤੋਂ ਮੇਨ ਗੱਲ ਆ ਵੀ ਰੈਗੂਲਰ ਬੱਸ ਸਰਵਿਸ ਆਪਾਂ ਨੂੰ ਚਾਹੀਦੀ ਹੈ ਇੱਥੇ ਹਰ ਇੱਕ ਨਵਾਂ ਕਿਲੇ ਅਰੋੜਾ 'ਚ, ਹਰ ਇੱਕ ਕਮਿਊਨਿਟੀ ਜਿਹੜੀ ਵੀ ਨਵੀਂ ਬਿਲਡ ਹੁੰਦੀ ਆ ਜੀ ਉਹ 'ਚ ਚਾਹੀਦਾ ਵਾ ਜ਼ਰੂਰੀ। ਬਿਲਕੁਲ ਜੀ, ਹਰ ਇੱਕ ਬੰਦਿਆਂ ਦੀਆਂ ਹਰ ਇੱਕ ਏਰੀਆ ਦੇ ਵਿੱਚ ਜਿਹੜੀ ਪ੍ਰੋਬਲਮ ਚੱਲ ਰਹੀ ਆ, ਤਾਂ ਲੋਕ ਇੱਥੇ ਖੜੇ ਨੇ। ਆਇਓ ਸਰ ਅੱਗੇ ਆਜੋ। ਇਹ ਵੀ ਅਰੋੜਾ ਹੋਮਸ ਤੋਂ ਨੇ ਜੀ। ਇਹ ਕਹਿੰਦੇ ਬੱਚਿਆਂ ਲਈ ਪਲੇ ਗਰਾਊਂਡ ਚਾਹੀਦੇ ਨੇ, ਲਾਇਬ੍ਰੇਰੀ ਵੀ ਚਾਹੀਦੀ ਆ ਜੀ, ਕਿਉਂਕਿ ਜਦੋਂ ਲੋਕ ਰਹਿ ਰਹੇ ਨੇ, ਮਕਾਨ ਬਣ ਚੁੱਕੇ ਨੇ, ਟੈਕਸ ਦਿੰਦੇ ਨੇ, ਸੋ ਟੈਕਸ ਦੇ ਵਿੱਚ ਸਹੂਲਤਾਂ ਸਾਰੀਆਂ ਹੋਣੀਆਂ ਚਾਹੀਦੀਆਂ ਨੇ। ਇਹ ਤਾਂ ਹੈ ਨਹੀਂ ਵੀ ਸਿਟੀ ਟੈਕਸ ਲਈ ਜਾਵੇ ਤੇ ਕੋਈ ਸਰਵਿਸ ਨਾ ਦੇਵੇ। ਹਾਂਜੀ ਜੀ, ਅਸੀਂ ਵੀ ਯੂਨੀਵਰਸਿਟੀ ਜਾਂਦੇ ਆ, ਜੀ ਲਾਇਬ੍ਰੇਰੀ ਤਾਂ ਚਾਹੀਦੀ ਹੀ ਆ ਜੀ। ਪਲੇਗਰਾਊਂਡ ਉੱਥੇ ਇੱਕ ਹੈਗਾ ਗਾ, ਪਰ ਉੱਥੇ ਬੰਦੇ ਵੀ 2000 ਰਹਿੰਦੇ ਆ, 2000 ਤੋਂ ਉੱਪਰ ਰਹਿੰਦੇ ਹੋਣੇ ਆ ਜੀ। ਤੇ ਉੱਥੇ ਜਿਹੜੇ ਜਵਾਕ ਪਹਿਲਾਂ ਆ ਜਾਂਦੇ ਆ ਸਲਾਈਡਾਂ ਉਹ ਲੈ ਜਾਂਦੇ ਨੇ, ਤੇ ਉੱਥੇ ਹੋਰ ਜਗ੍ਹਾ ਹੁੰਦੀ ਨਹੀਂ ਹੈਗੀ। ਤੇ ਲਾਇਬ੍ਰੇਰੀ ਤਾਂ ਲਾਈਕ ਚਾਹੀਦੀ ਹੋਈ ਆ ਇੱਥੇ। ਕਿੰਨੇ ਲਈ ਯੂਨੀ ਜਾਂਦੇ ਨੇ, ਤੇ ਹੋਰ ਇੱਥੇ ਬੱਸਾਂ ਵੀ ਚਾਹੀਦੀਆਂ ਨੇ, ਤੇ ਹੋਰ ਲਈ ਬਹੁਤ ਨੀਡਸ ਚਾਹੀਦੇ ਨੇ ਜੀ। ਬਿਲਕੁਲ ਜੀ, ਬੱਸਾਂ ਦੀ ਵੀ ਜ਼ਰੂਰਤ ਆ, ਲਾਇਬ੍ਰੇਰੀ ਦੀ ਜ਼ਰੂਰਤ ਆ, ਬੱਚਿਆਂ ਦੇ ਖੇਡਣ ਵਾਸਤੇ ਜਿਹੜੇ ਪਲੇਅਰ ਗਰਾਊਂਡ ਦੀ ਵੀ ਜ਼ਰੂਰਤ ਹੈਗੀ ਆ। ਜ਼ਰੂਰਤਾਂ ਨੇ ਕਿਉਂਕਿ ਲੋਕ ਰਹਿ ਰਹੇ ਨੇ, ਮਕਾਨ ਬਣ ਚੁੱਕੇ ਨੇ, ਏਰੀਆ ਪੂਰਾ ਵਧੀਆ ਡਿਵੈਲਪ ਹੋ ਚੁੱਕਿਆ। ਵਿਨੀਪੈਗ ਆਏ ਵਾਰੀ ਇੱਕ ਸਾਲ ਦੇ ਵਿੱਚ 1 ਕਿਲੋਮੀਟਰ ਚਾਰੇ ਪਾਸੇ ਵਿਨੀਪੈਗ ਵੱਧ ਰਿਹਾ, ਪਰ ਲੋਕਾਂ ਨੂੰ ਸਹੂਲਤਾਂ ਉਹਨਾਂ ਦੇ ਮੁਤਾਬਕ ਨਹੀਂ ਮਿਲਦੀਆਂ ਹੈਗੀਆਂ। ਸਾਡੇ ਨਾਲ ਇੱਧਰ ਵੀ ਬਜ਼ੁਰਗ ਖੜੇ ਨੇ। ਇਹ ਅਰੋੜਾ ਹੋਮਸ ਜਿਹੜੀ ਨਵੀਂ ਕਮਿਊਨਿਟੀ, ਜਿਵੇਂ ਪਹਿਲਾਂ ਸਾਨੂੰ ਕੁਝ ਉੱਧਰ ਨੌਜਵਾਨ ਵੀਰ ਵੀ ਮਿਲੇ ਨੇ, ਸਟੂਡੈਂਟ ਵੀ ਮਿਲੇ ਨੇ, ਬਜ਼ੁਰਗ ਵੀ ਮਿਲੇ ਨੇ। ਇਹ ਵੀ ਅਰੋੜਾ ਹੋਮ ਤੋਂ ਸਾਈਡ ਵਾਕ, ਕਹਿੰਦੇ ਸਾਈਡ ਵਾਕ ਬਿਲਕੁਲ ਚਾਹੀਦਾ ਜੀ। ਜਦੋਂ ਸਰਦੀਆਂ ਹੁੰਦੀਆਂ ਨੇ, ਚਾਹੇ ਗਰਮੀਆਂ ਹੋਣ, ਇੱਥੇ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ। ਕੀ ਕਹੋਗੇ ਜੀ? ਅਸੀਂ ਇਸ ਚੀਜ਼ ਬਾਰੇ ਗੌਰਮੈਂਟ ਨੂੰ ਇਹ ਸੁਨੇਹਾ ਭੇਜਦੇ ਹਾਂ ਵੀ ਸਾਡੇ ਅਰੋੜਾ ਦੇ ਵਿੱਚ ਨਾ ਕੋਈ ਬਜ਼ੁਰਗਾਂ ਦੇ ਬੈਠਣ ਦਾ ਪ੍ਰਬੰਧ ਹੈ ਜੀ, ਨਾ ਸਾਡੇ ਚੱਲਣ ਦਾ ਪ੍ਰਬੰਧ ਹੈ ਜੀ, ਔਰ ਨਾ ਕਿਸੇ ਵੀ ਕਿਸਮ ਦਾ ਕੋਈ ਵੀ ਪ੍ਰਬੰਧ ਨਹੀਂ ਹੈ, ਨਾ ਬੱਸ ਦਾ ਪ੍ਰਬੰਧ ਹੈ ਜੀ। ਸਾਡੇ ਬਜ਼ੁਰਗਾਂ ਦੇ ਵਾਸਤੇ ਜਿਵੇਂ ਕਿ ਅਸੀਂ ਸੁਪਰ ਵੀਜ਼ੇ ਤੇ ਆਏ ਹੋਏ ਹਾਂ ਜੀ, ਤਾਂ ਇਹ ਗੌਰਮੈਂਟ ਦੇ ਸਾਥੋਂ 150 ਪੇ, ਸਾਡੇ ਬੱਚਿਆਂ ਤੋਂ $150 ਜੀ ਪਰ ਮੰਥ ਲੈਂਦੀ ਹੈ ਬੱਸਸ ਦੇ। ਨਾ ਨਹੀਂ ਜੀ, ਕਿਸ ਚੀਜ਼ ਇੰਸ਼ੋਰੈਂਸ ਦੇ ਸਾਨੂੰ ਕੋਈ ਵੀ ਫੈਸਿਲਿਟੀ ਨਹੀਂ ਹੈਗੀ ਜੀ। ਹਾਂ ਬਿਲਕੁਲ ਜੀ। ਇਹ ਕਹਿੰਦੇ ਅਸੀਂ ਜਦੋਂ ਇੰਸ਼ੋਰੈਂਸ ਪੇ ਕਰਦੇ ਹਾਂ, ਬੱਚੇ ਉੱਥੇ ਰਹਿੰਦੇ ਨੇ, ਸਭ ਤੋਂ ਵੱਡੀ ਗੱਲ ਆ, ਬੱਚੇ ਉੱਥੇ ਟੈਕਸ ਪੇ ਕਰਦੇ ਨੇ ਜਿਨ੍ਹਾਂ ਨੇ ਘਰ ਲਏ ਹੋਏ ਨੇ, ਚਾਹੇ ਉੱਥੇ ਕੋਈ ਅਪਾਰਟਮੈਂਟ ਦੇ ਵਿੱਚ ਰਹੇਗਾ, ਉਹ ਰੈਂਟ ਪੇ ਕਰਦਾ ਹੈਗਾ। ਕਮਿਊਨਿਟੀ ਵੱਧ ਚੁੱਕੀ ਆ, ਲੋਕ ਉੱਥੇ ਆਪਣੀਆਂ ਗੱਡੀਆਂ ਵੀ ਲੈ ਕੇ ਜਾਂਦੇ ਨੇ, ਗੱਡੀਆਂ ਦੇ ਵਿੱਚ ਐਮਪੀਆਈ ਨੂੰ ਇੰਸ਼ੋਰੈਂਸ ਵੀ ਪੇ ਕਰਦੇ ਨੇ, ਉਹ ਵੀ ਇੱਕ ਗਵਰਨਮੈਂਟ ਦਾ ਪਾਰਟ ਹੈਗਾ। ਹਾਂਜੀ, ਕੀ ਕਹੋਗੇ? ਸਤਿ ਸ਼੍ਰੀ ਅਕਾਲ। ਅਸੀਂ ਇਹ ਆਖਦੇ ਵੀ ਜਿਹੜੀਆਂ ਬੱਸਾਂ ਆਪਣੇ ਹੈਗੇ, ਜਿਵੇਂ ਆਪਣੇ ਆ ਮੈਪਲ ਤੋਂ ਆਉਂਦੀਆਂ ਜੀ 33-35 ਨੰਬਰ, ਇੱਧਰ ਜੇ ਆਵੇ ਆਪਣੇ ਇੱਧਰ ਪਾਈਪਲਾਈਨ ਕੰਨੀ ਜੋ ਟੱਪ ਕੇ ਗਾਂ ਤੇ ਇੱਧਰ ਵਾਲਮਾਰਟ ਵਗੈਰਾ ਹੋ ਗਈ, ਉਸੇ ਜਾਵੜੇ ਸਾਨੂੰ ਬਜ਼ੁਰਗਾਂ ਨੂੰ ਇੱਥੇ ਗਾਰਡਨ ਸਿਟੀ ਵਗੈਰਾ ਜਾਂ ਹਸਪਤਾਲ ਆਉਣਾ ਸੌਖਾ ਹੈ। ਅਸੀਂ ਇਹੀ ਮੰਗਦੇ ਵੀ ਸਾਡੇ ਇੱਕ ਸਾਨੂੰ ਚਾਹੀਦਾ ਆਪਣਾ ਬੈਠਣ ਲਈ ਕਮਿਊਨਿਟੀ ਹਾਲ ਜੀ। ਹੁਣ ਸਾਨੂੰ ਉਹ ਦੂਰ ਪੈ ਰਿਹਾ ਮੈਪਲ ਵਾਲਾ, ਇੱਧਰ ਆਪਣੇ ਕਿਸੇ ਬੰਦੇ ਵੀ ਹੈ ਨਹੀਂ, ਕਿਸੇ ਘਰ ਕੋਲੇ ਵੀ ਬਹਿਣ ਨੂੰ ਜਗ੍ਹਾ। ਬਿਲਕੁਲ ਜੀ, ਜਦੋਂ ਕੋਈ ਨਵੀਂ ਕਮਿਊਨਿਟੀ ਬਣ ਜਾਂਦੀ ਹੈ, ਉੱਥੇ ਹਰ ਇੱਕ ਚੀਜ਼ਾਂ ਦੀ ਜ਼ਰੂਰਤ ਆ। ਜਿਹੜੀ ਸਹੂਲਤਾਂ ਦੇਣਾ ਸਿਟੀ ਦਾ ਫਰਜ਼ ਹੈਗਾ। ਸਿਟੀ ਟੈਕਸ ਲੈਂਦੀ ਆ, ਸਿਟੀ ਸਾਰਾ ਕੁਝ ਲੈਂਦੀ ਆ, ਪਰ ਲੋਕ ਇੱਥੇ ਹਾਰਨ ਵਜਾ ਕੇ ਸਪੋਰਟ ਕਰਦੇ ਨੇ। ਜਦੋਂ ਸਿਟੀ ਟੈਕਸ ਲੈਂਦੀ ਆ ਤਾਂ ਸਿਟੀ ਨੂੰ ਵੀ ਚਾਹੀਦਾ, ਜਾਂ ਜਿਹੜੇ ਨੁਮਾਇੰਦੇ ਹੁੰਦੇ ਨੇ, ਚੁਣੇ ਹੁੰਦੇ ਨੇ, ਲੋਕਾਂ ਵੱਲੋਂ ਚੁਣੇ ਜਾਂਦੇ ਨੇ, ਵੋਟਾਂ ਲੈਣ ਵੇਲੇ ਆਉਂਦੇ ਨੇ, ਚਾਹੇ ਉਹ ਕੋਈ ਵੀ ਹੋਵੇ, ਡਜ਼ਨਟ ਮੈਟਰ, ਚਾਹੇ ਉਹ ਕੋਈ ਕਾਉਂਸਲਰ ਆ, ਚਾਹੇ ਕੋਈ ਐਮਐਲਏ ਆ, ਚਾਹੇ ਕੋਈ ਐਮਪੀ ਹੈਗਾ, ਕਿਉਂਕਿ ਵੋਟਾਂ ਲੈਣ ਵੇਲੇ ਉਹ ਵਾਅਦੇ ਕਰਦੇ ਨੇ, ਪਰ ਉਹ ਵਾਅਦੇ ਕਰਨ ਤੋਂ ਬਾਅਦ ਵੋਟਾਂ 'ਤੇ ਜਦੋਂ ਕੁਰਸੀ ਤੇ ਬੈਠਦੇ ਨੇ, ਖਰੇ ਨਹੀਂ ਉਤਰਦੇ। ਕੀ ਕਹੋਗੇ ਬਾਬਾ ਜੀ? ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਬਸ ਆਹੀ ਆਨੇ ਵੀ ਬੱਸਾਂ ਇੱਧਰ ਲੱਗਣੀਆਂ ਚਾਹੀਦੀਆਂ, ਬਜ਼ੁਰਗਾਂ ਵਾਸਤੇ ਬੈਠਣ ਨੂੰ ਜਗ੍ਹਾ ਚਾਹੀਦੀ ਹੈ, ਪਾਰਕ ਕੋਈ ਪਾਰਕ ਨਹੀਂ, ਅਸੀਂ 13 ਦੇ ਆਏ ਹੋਏ ਇੱਥੇ ਤੇ ਬਸ ਇਹੋ ਜਿਹੀਆਂ ਸਹੂਲਤਾਂ ਚਾਹੀਦੀਆਂ। ਬੱਸਾਂ ਆਵੇ,
ਇੱਥੇ ਗਾਰਡਨ ਸਿਟੀ 'ਚ ਮੌਜ ਨਾਲ ਅੱਗੇ ਘੁੰਮ ਘੰਮ ਕੇ ਆਪਦਾ ਜਾਵੜਾ ਕਰਕੇ ਜੀ। ਬਿਲਕੁਲ ਜੀ, ਬਜ਼ੁਰਗਾਂ ਨੇ ਘਰੋਂ ਵੀ ਨਿਕਲ ਕੇ ਟਾਈਮ ਪਾਸ ਕਰਨਾ ਹੁੰਦਾ, ਕਿਤੇ ਜਾਣਾ ਹੁੰਦਾ। ਬਜ਼ੁਰਗਾਂ ਦੇ ਵੀ ਚਾਅ ਹੈਗੇ ਨੇ, ਜਿਵੇਂ ਦੱਸ ਰਹੇ ਨੇ ਵੀ 2013 ਦੇ ਤੇ 7 ਸਾਲ ਹੋ ਗਏ ਆਇਆਂ ਨੂੰ, ਪਰ ਫੈਸਿਲਿਟੀਆਂ ਨਹੀਂ ਮਿਲ ਰਹੀਆਂ, ਘਰ ਵਧੇ ਜਾ ਰਹੇ ਨੇ। ਟੈਕਸ ਸਿਟੀ ਨੂੰ ਪਹਿਲੇ ਦਿਨ ਤੋਂ ਜਾਣ ਲੱਗ ਜਾਂਦਾ। ਸਾਡੇ ਨਾਲ ਛੋਟੇ ਬੱਚੇ ਵੀ ਖੜੇ ਨੇ, ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਵੀ ਅਰੋੜਾ ਹੋਮਸ ਤੋਂ ਨੇ। ਵਾਟ ਯੂ ਵਾਂਟ? I want bus service. ਓਕੇ, ਸੋ ਵਾਟ ਯੂ ਵਾਂਟ? We need bus service. ਵੀ ਨੀਡ ਬੱਸ ਸਰਵਿਸ। ਛੋਟੇ ਬੱਚੇ ਵੀ ਕਹਿੰਦੇ ਨੇ ਜੀ ਅਸੀਂ ਪੇਰੈਂਟਸ ਦੇ ਨਾਲ, ਜ਼ਰੂਰੀ ਨਹੀਂ ਹੈਗਾ ਹਰ ਇੱਕ ਬੰਦੇ ਕੋਲ ਵੱਡੀ ਕਾਰ ਹੋਵੇ ਤੇ ਘੁੰਮਣ ਜਾਣਾ ਹੋਵੇ। ਛੋਟੇ ਬੱਚੇ ਵੀ ਕਹਿੰਦੇ ਨੇ ਸਾਨੂੰ ਬੱਸ ਚਾਹੀਦੀ ਹੈ ਜੀ। ਸਰ ਸਤਿ ਸ੍ਰੀ ਅਕਾਲ ਜੀ। ਬਸ ਜੀ ਸਾਡੀਆਂ ਮੰਗਾਂ ਹੀ ਆ ਜੀ, ਜ਼ਰੂਰੀ ਪੂਰੀਆਂ ਕਰਨੀਆਂ ਚਾਹੀਦੀਆਂ। ਹਰੇਕ ਵਾਰੀ ਵੇਖੀਦਾ ਏ ਗੌਰਮੈਂਟ ਟੈਕਸ ਵਧਾਈ ਜਾਂਦੀ ਆ, ਆਪਣੇ ਪ੍ਰਾਪਰਟੀ ਟੈਕਸ ਵੇਖੋ ਕਿੱਥੇ ਦੇ ਕਿੱਥੇ ਪਹੁੰਚ ਗਏ ਆ। ਕੋਈ ਹੈਗਾ ਕੋਈ ਹਾਲ ਕੋਈ ਪ੍ਰਾਪਰਟੀ ਟੈਕਸ ਦਾ? ਦੱਸੋ ਫਿਰ ਆਪਣਾ ਜੇ ਇਕੱਲਾ ਟੈਕਸ ਹੀ ਲੈਣਾ ਏ, ਫਿਰ ਆਪਣਾ ਕੋਈ ਸਹੂਲਤਾਂ ਵੀ ਦੇਵੋ ਨਾ, ਫਿਰ ਕੋਈ ਜਾਂ ਫਿਰ ਟੈਕਸ ਹੀ ਖਤਮ ਕਰ ਦੇਵੋ। ਹੁਣ ਜਿਹੜੇ ਪਾਰਕ ਆ ਉਹ ਸਾਰੇ ਸਕੂਲਾਂ ਵਿੱਚ ਹੀ ਆ, ਬਾਹਰ ਕੋਈ ਨਹੀਂ ਐਕਸਟਰਾ ਪਾਰਕ ਦਾ। ਜਿਹੜੀ ਬੱਸ ਸਰਵਿਸ ਵੀ ਆ ਉਹ ਵੀ ਬਿਲਕੁਲ ਲਿਮਟਿਡ ਜੀ ਆ। ਜੇ ਹੁਣ ਜ਼ਰੂਰੀ ਤਾਂ ਨਹੀਂ, ਹੁਣ ਜਿਵੇਂ ਹੁਣ ਆਪਣੇ ਵਿਨੀਪੈਗ ਵਿੱਚ ਹੀ ਆ, ਆਪਣੇ ਵਿੰਟਰ 'ਚ ਕਿੰਨੀ ਜ਼ਿਆਦਾ ਠੰਡ ਪੈਂਦੀ ਆ। ਜੇ ਹੁਣ ਇੰਨੀ ਠੰਡ 'ਚ ਜੇ ਆਪਾਂ ਨੂੰ ਮੰਨ ਲਓ ਵੀ 1 ਕਿਲੋਮੀਟਰ ਜਾ ਕੇ ਬੱਸ ਲੈਣੀ ਆ ਤੇ ਉਹ ਤਾਂ ਬੰਦਾ ਰਾਹ 'ਚ ਹੀ ਫ੍ਰੀ ਹੋ ਜਾਊਗਾ। ਉਹ ਕੋਈ ਹਾਲ ਤਾਂ ਕੋਈ ਨਹੀਂ ਨਾ। ਜਦੋਂ ਜਿਹੜੀ ਉਹ ਇਹੀ ਹੈ, ਤੇ ਬੱਸ ਸਟੈਂਡ ਵੱਧ ਬਣਾਏ ਜਾਂਦੇ, ਬੱਸ ਸਟਾਪ ਵੀ ਵੱਧ ਬਣਾਏ ਜਾਣ ਹੈ ਨਾ, ਤੇ ਬੱਸਾਂ ਵੱਧ ਲਾਈਆਂ ਜਾਣ। ਤੇ ਹੁਣ ਨਾਲੇ ਬੱਸਾਂ 'ਚ ਵੀ ਕਿਹੜਾ ਖੱਜਲ ਹੋਣ ਵਾਲਾ ਕੰਮ ਹੀ ਆ ਜੀ। ਕਿੰਨੇ ਉੱਥੋਂ ਚੇਂਜ ਕਰ ਲਈ, ਉੱਥੋਂ ਚੇਂਜ ਕਰ ਲਈ ਆਏ ਆ ਜੀ। ਬਿਲਕੁਲ ਜੀ, ਕੋਈ ਬੰਦਾ ਡਾਊਨਟਾਊਨ ਜਾਂਦਾ ਹੈਗਾ ਉਹਨੂੰ ਬੱਸਾਂ ਬਹੁਤ ਚੇਂਜ ਕਰਨੀਆਂ ਪੈਂਦੀਆਂ ਨੇ। ਹਰ ਇੱਕ ਬੰਦਾ ਚਾਹੁੰਦਾ ਵੀ ਸਾਨੂੰ ਨੇੜਲੇ ਜਿਹੜੇ ਸ਼ਾਪਿੰਗ ਸੈਂਟਰ ਨੇ ਉੱਥੇ ਤੱਕ ਦੀ ਡਾਇਰੈਕਟ ਸਹੂਲਤ ਹੋਵੇ, ਉੱਥੋਂ ਦਾ ਬੰਦਾ ਬੱਸ ਬਦਲ ਸਕਦਾ। ਪਰ ਜਿਹੜਾ ਤੁਰ ਕੇ ਜਾਣਾ ਹੁੰਦਾ ਉਹ ਬਹੁਤ ਔਖਾ। ਜਿਵੇਂ ਵੀਰ ਜੀ ਨੇ ਕਿਹਾ ਹੈਗਾ ਵੀ ਅਸੀਂ ਟੈਕਸ ਦਿੰਦੇ ਹਾਂ, ਲੀਡਰਾਂ ਨੂੰ ਵੀ ਚਾਹੀਦਾ ਹੈਗਾ, ਲੀਡਰ ਪਹਿਲੇ ਦਿਨ ਤੋਂ ਆਪਣੇ ਦਿੱਤੇ ਹੋਏ ਟੈਕਸ ਦੇ ਵਿੱਚੋਂ ਆਪਣੀਆਂ ਤਨਖਾਹਾਂ ਲੈਂਦੇ ਨੇ, ਆਪਦੇ ਆਫਿਸਾਂ ਦੇ ਖਰਚੇ ਲੈਂਦੇ ਨੇ, ਪਰ ਲੋਕਾਂ ਲਈ ਕੁਝ ਨਹੀਂ ਕਰਦੇ। ਵਾਟ ਯੂ ਵਾਂਟ ਟੂ ਸੇ? We need snow plowing Aurora on time. ਜੇ ਕੰਮ ਤੇ ਜਾਣਾ ਹੋਵੇ ਤੜਕੇ ਆਂ, ਜੇ ਸਨੋ ਨਹੀਂ ਫਿਰ ਗੱਡੀ ਖੁੱਭ ਗਈ, ਫਿਰ ਉਹ ਬੰਦੇ ਦੀ ਦਿਹਾੜੀ ਤਾਂ ਗਈ। ਬਿਲਕੁਲ ਜੀ, ਦੇਖੋ ਛੋਟੇ ਬੱਚੇ ਨੂੰ ਵੀ ਨੌਲੇਜ ਆ ਜੀ। ਜੇ ਸਨੋ ਟਾਈਮ ਤੇ ਨਾ ਕਹਿੰਦੇ ਚੱਕੀ ਜਾਵੇ, ਬੱਚੇ ਪੇਰੈਂਟਸ ਦੀ ਗੱਡੀ ਖੁੱਭ ਗਈ, ਪੂਰਾ ਠੇਠ ਪੰਜਾਬੀ 'ਚ ਕਹਿ ਰਿਹਾ ਵੀ ਖੁੱਭ ਗਈ ਦਾ ਮਤਲਬ ਜੇ ਧੱਸ ਗਈ, ਰੁਕ ਗਈ, ਤਾਂ ਬੰਦੇ ਦੀ ਦਿਹਾੜੀ ਤਾਂ ਗਈ ਨਾ। ਜਦੋਂ ਬੰਦੇ ਦੀ ਦਿਹਾੜੀ ਜਾਂਦੀ ਆ ਫਿਰ ਉਹਦਾ ਦੇਖੋ ਜੇ ਇੱਥੇ ਕੈਨੇਡਾ ਦੇ ਵਿੱਚ ਕੰਮ ਕੀ ਨੇ। ਇੱਕ ਹਫ਼ਤਾ ਤੁਸੀਂ ਕੰਮ, ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਨਾਲ ਕੰਮ ਤੇ ਜਾਓ, ਹਫ਼ਤੇ ਦਾ ਬਜਟ ਵਿਗੜਦਾ। ਜੇ ਤੁਸੀਂ ਇੱਕ ਮਹੀਨੇ 'ਚ ਹਫ਼ਤਾ ਕੰਮ ਤੇ ਨਾ ਜਾਓ ਤਾਂ ਤੁਹਾਡਾ ਇੱਕ ਮਹੀਨੇ ਦਾ ਜਿਹੜਾ ਬਜਟ ਵਿਗੜ ਜਾਂਦਾ। ਭੈਣ ਜੀ ਕੀ ਕਹੋਗੇ? ਹਾਂਜੀ, ਅਸੀਂ ਕਹਾਂਗੇ ਵੀ ਸਨੋ ਕਲੀਨਿੰਗ ਹੋਵੇ। ਜਦੋਂ ਬੱਚਿਆਂ ਨੂੰ ਸਕੂਲ ਟਾਈਮ ਛੱਡ ਕੇ ਆਈਦਾ ਵਾਕ ਕਰਕੇ, ਤੇ ਉਦੋਂ ਤੁਰਨਾ ਬਹੁਤ ਔਖਾ ਹੋ ਜਾਂਦਾ, ਤੇ ਪਲੇਗਰਾਊਂਡ ਦਾ ਵੀ ਔਖਾ। ਹਾਂਜੀ ਜੀ ਜੀ, ਬਿਲਕੁਲ ਜੀ। ਸਾਡੇ ਨਾਲ ਉਧਰ ਮਾਤਾ ਜੀ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ ਮਾਤਾ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਬਲਵਿੰਦਰ ਕੌਰ ਵਾਂਦਰ ਹੈ ਜੀ। ਸਾਨੂੰ ਬਜ਼ੁਰਗਾਂ ਨੂੰ ਬਹਿਣ ਉੱਠਣ ਦੀ ਸਾਨੂੰ ਬਹਿਣ ਉੱਠਣ ਦੀ ਉਹ ਪਾਰਕ ਵਿੱਚ ਸਹੂਲਤ ਚਾਹੀਦੀ, ਉੱਤੇ ਛੱਤ ਹੋਵੇ ਜੀ। ਠੰਡ ਤੋਂ ਬਚ ਗਏ ਅਸੀਂ, ਬੈਠਣ ਨੂੰ ਜਗ੍ਹਾ ਹੋਣੀ ਚਾਹੀਦੀ। ਸਾਰਿਆਂ ਨੂੰ ਅੱਧੇ ਖੜੇ ਰਹਿੰਦੇ ਆ, ਤੇ ਸਾਨੂੰ ਜਦੋਂ ਛੋਟੇ ਮੋਟੇ ਸਟੋਰਾਂ ਤੇ ਬੱਚੇ ਘਰੇ ਨਹੀਂ ਹੁੰਦੇ, ਜਾਣਾ ਪੈਂਦਾ। ਸਾਨੂੰ ਰਾਹ ਵਿੱਚ ਤੇਜ਼ ਕਾਰਾਂ ਦੇ ਨਾਲ ਦੀ ਲੰਘਣਾ ਬਹੁਤ ਔਖਾ ਹੈ। ਸਾਨੂੰ ਉਹ ਰਸਤਾ ਬਣਨਾ ਚਾਹੀਦਾ। ਬਿਲਕੁਲ ਜੀ। ਮਾਤਾ ਜੀ ਅਰੋੜਾ ਹੋਮ ਦੀ ਗੱਲ ਕਰ ਰਹੇ ਨੇ। ਬੱਚਿਆਂ ਲਈ, ਬਜ਼ੁਰਗਾਂ ਲਈ ਕਦੇ ਸਾਨੂੰ ਆਉਣ ਲਈ ਇੱਧਰ ਨੂੰ ਜੇ ਕੋਈ ਸ਼ਾਪਿੰਗ ਸੈਂਟਰ ਤੇ ਆਉਣਾ ਹੈਗਾ, ਕਿਉਂਕਿ ਵੱਡੇ ਬੱਚੇ ਜਿਹੜੇ ਕੰਮਾਂ ਤੇ ਗਏ ਹੁੰਦੇ ਨੇ, ਉਹਦੀ ਵੀ ਪ੍ਰੋਬਲਮ ਆਉਂਦੀ ਹੈਗੀ ਆ। ਤੇ ਉਹਦੇ ਲਈ ਸਰਕਾਰ ਨੂੰ ਚਾਹੀਦਾ ਹੈਗਾ ਵੀ ਸਹੂਲਤਾਂ ਦੇਣ। ਜਿਵੇਂ ਇਹਨਾਂ ਨੇ ਗੱਲ ਕਰੀ ਆ ਵੀ ਅਸੀਂ ਉੱਥੇ ਬੈਠੇ ਰਹਿੰਦੇ ਹਾਂ, ਪਾਰਕਾਂ ਦੇ ਵਿੱਚ ਬੈਠੇ ਹਾਂ, ਕੋਈ ਛੱਤ ਨਹੀਂ ਹੁੰਦੀ, ਉੱਥੇ ਪ੍ਰੋਪਰ ਹੱਟ ਵਗੈਰਾ ਹੋਵੇ, ਇੱਕ ਕਮਿਊਨਿਟੀ ਹਾਲ। ਜੇ ਜਿੱਥੇ ਕਿਤੇ ਵੀ ਪਾਰਕ ਹੈਗਾ, ਸਰਕਾਰ ਨੂੰ ਚਾਹੀਦਾ ਹੈਗਾ ਵੀ ਕੋਈ ਸਪੈਸ਼ਲ ਜਗ੍ਹਾ ਨਹੀਂ, ਹਰ ਇੱਕ ਬੰਦਾ ਮੰਗ ਰਿਹਾ, ਉੱਥੇ 2-3 ਕਮਰਿਆਂ ਦਾ ਵੱਡਾ ਇੱਕ ਹਾਲ ਬਣਾਇਆ ਜਾਵੇ, ਵਾਸ਼ਰੂਮ ਬਣਾਇਆ ਜਾਵੇ, ਤਾਂ ਕਿ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹਨਾਂ ਦਾ ਲੋਕ ਆਨੰਦ ਉਠਾ ਸਕਣ। 20 ਬੰਦੇ ਲੈ ਜਾਣੇ ਤੇ ਕਿੱਥੇ ਵੀ ਇੱਕ ਕਾਰ ਨੇ ਇੱਕ ਲੈ ਕੇ ਜਾਣਾ। ਜੇ ਇਹੀ ਬੱਸ ਸਰਵਿਸ ਵੱਧ ਜੂਗੀ ਤੇ ਆਪਣਾ ਟ੍ਰੈਫਿਕ ਘਟੂਗਾ। ਥੋੜੀ ਜਿਹੀ ਰੋਡਾਂ ਦੀ ਰਿਪੇਅਰ ਵੀ ਘਟ ਜੂਗੀ ਜੋ ਟ੍ਰੈਫਿਕ ਘਟੂਗਾ ਤਾਂ। ਬਿਲਕੁਲ ਜੀ, ਬਿਲਕੁਲ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਦੇਖੋ, ਇਹ ਜਿਹੜਾ ਇਹ ਜਿਵੇਂ ਚੰਡੀਗੜ੍ਹ ਦੇ ਵਿੱਚ ਮਟਕਾ ਚੌਂਕ ਆ, ਇਹ ਵਿਨੀਪੈਗ ਦਾ ਮਟਕਾ ਚੌਂਕ ਆ। ਮੈਕਫਲਿਪਸ ਐਂਡ ਲੀਲਾ ਸਾਡੇ ਨਾਲ ਉੱਧਰ ਗਲੈਨ ਮੋਰੇ ਖੜੇ ਨੇ, ਜਿਹੜੇ ਸੰਭਾਵੀ ਮੇਅਰ ਦੇ ਉਮੀਦਵਾਰ ਨੇ। ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਉਹਨਾਂ ਦੇ ਨਾਲ ਸਾਡੇ ਗਗਨ ਬਾਟਲੀ ਜੀ ਨੇ। ਗਗਨ ਜੀ, ਸਾਡੇ ਬਾਟਲੀ ਸਾਹਿਬ ਖੜੇ ਨੇ, ਇਹ ਜ਼ਰੂਰ ਗੱਲ ਕਰਨਗੇ ਉਹਨਾਂ ਨਾਲ ਵੌਇਸ ਆਫ ਇੰਡੀਆ ਵੱਲੋਂ। Voice of India. I have a couple of questions for you. Okay, my first question, like every politician promises before the election that they're going to do and they're going to available for us. Right. But our past experience says most of the politicians here we have dealt with, they don't care. Yes. How do you say you are different and how you're going to represent our votes and our
problems to the government? Well, because the three leading candidates for mayor all have held elected office. I have been mayor. One of the others is the chair of the finance committee who oversaw all the cuts that these people are experiencing. They don't have the services, the community center, the bus. And another one is a councillor who just voted against everything. Yeah. I have a record. I have a strong record with the Punjabi community because I wouldn't have gotten elected without the Punjabi community here and the people in Amber Trails and that. So I have a record of having been elected and having lived up to my commitment. I would come to the community on a regular basis. I would also go to the Gurdwaras on a regular basis. As I said, you never have to come looking for me. I would go looking for that. So I already have a reputation and a history of delivering and making sure that we fulfill our commitments in those. And you know, I was saying to folks, just go around and look at all the facilities that have been built and when were they built. Who was mayor when these things were built? You know, they were either when I was mayor or before. There's not that much that's been built since, and so that tells you something, right? Our fingers are pretty much crossed, and we wish you all the luck for the upcoming elections. But again, you see the crowd, our community here, and you can easily understand how pain we are having. Our taxes are increasing day by day, but the facilities, if you see the roads, they're in a bad condition. No park, no library, no transit, and I hope you're going to do a much better work than our former leaders. So there's some challenges too, right? So you're quite right, but there are some inequities. There are some parts of the city that have more facilities, more resources than others. And one more thing, like we are one of the biggest, property taxpayers among whole Winnipeg. Yeah. Well, you're paying property taxes, but it's not even that. It's everybody who's a citizen should have a park, a good school within walking distance, a good community center, a good library, a transit service, sidewalks, a healthy, beautiful community, good policing. These are the basic things that you expect from your city government. This isn't something special. Yeah. So look at all the candidates. Who's got the record of having kept their word, showing up, delivering, and being honest about the timeframes and what can happen? And then we have a big mess to correct, right? Yeah, I'm pretty much agree with you. We need a time frame. And this isn't any different in my neighborhood. Yeah. I live in an older neighborhood that also has some of these problems. So I'm running for your neighborhood, and I'm running for my neighborhood that I live in, because this is not a one-off thing. This is a common problem in the city right now across the city. Yep. Thank you very much for your time and hope and good luck to you. Thank you. ਸਾਡੇ ਨਾਲ ਬਿਲਕੁਲ ਅਰੋਰਾ ਹੋਮ ਕਮਿਊਨਿਟੀ ਦੇ ਜਿਹੜੇ ਰੈਜ਼ੀਡੈਂਟ ਨੇ ਉਹ ਇਸ ਸਾਈਡ ਦੇ ਉੱਤੇ ਖੜੇ ਹੈਗੇ ਨੇ ਮੈਕਫਲਿਪਸ ਐਂਬਰ ਗੇਟਸ ਐਂਬਰ ਟ੍ਰੇਲ ਚਾਰੇ ਪਾਸੇ ਇੱਥੇ ਜਿਹੜੇ ਚੌਂਕਾਂ ਦੇ ਵਿੱਚ ਖੜੇ ਨੇ ਸਾਡੇ ਨਾਲ ਅਰੋਰਾ ਹੋਮ ਕਮਿਊਨਿਟੀ ਤੋਂ ਜਿਹੜੇ ਕੁਝ ਰੈਜ਼ੀਡੈਂਟ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਸਰ ਕੀ ਕਹੋਗੇ ਤੁਸੀਂ ਇਹਨਾਂ ਨੂੰ ਪੁੱਛੋ ਤੁਸੀਂ ਦੱਸ ਦਿਓ ਕੋਈ ਗੱਲ ਨਹੀਂ ਬੇਸਿਕਲੀ ਮੇਨ ਪ੍ਰੋਬਲਮਸ ਕੀ ਹੈਗੀਆਂ ਪਾਰਕ ਨਹੀਂ ਹੈਗੇ ਕਮਿਊਨਿਟੀ ਦੇ ਵਿੱਚ ਪ੍ਰੋਪਰ ਜੀ ਠੀਕ ਹੈ ਕੋਈ ਬੱਚਿਆਂ ਦੇ ਖੇਡਣ ਵਾਸਤੇ ਜਗ੍ਹਾ ਨਹੀਂ ਹੈਗੀ ਠੀਕ ਹੈ ਬਾਸਕਟਬਾਲ ਕੋਰਟ ਚਾਹੀਦੇ ਆ ਉਹ ਨਹੀਂ ਹੈਗੇ ਮਤਲਬ ਇਹ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਬੱਸ ਸਰਵਿਸ ਹੋ ਗਈ ਕੈਸਲਬਰੀ ਹੋ ਗਿਆ ਵਾਟਰਫੋਰਡ ਗ੍ਰੀਨ ਅਰੋਰਾ ਐਂਬਰ ਗੇਟਸ ਐਂਬਰ ਟ੍ਰੇਲ ਇਹ ਮੇਨ ਜਿਹੜੇ ਸਾਡੇ ਇਹ ਮੁੱਦੇ ਹੈਗੇ ਆ ਜਿਹੜੇ ਸਾਹਮਣੇ ਆਉਣੇ ਚਾਹੀਦੇ ਆ ਕਈ ਜਦੋਂ ਵੀ ਡਿਵੈਲਪਰ ਡਿਵੈਲਪ ਕਰਦਾ ਹੈਗਾ ਕਮਿਊਨਿਟੀ ਉਹਨੂੰ ਪ੍ਰੋਪਰ ਜਿਵੇਂ ਹੁਣ ਕਈ ਜਗ੍ਹਾ ਤੇ ਇੰਟਰਸੈਕਸ਼ਨ ਦੇ ਵਿੱਚ ਲਾਈਟਸ ਨਹੀਂ ਲੱਗੀਆਂ ਹੋਈਆਂ ਉੱਥੇ ਇਕੱਲੇ ਸਟਾਪ ਸਾਈਨ ਲਾ ਕੇ ਛੱਡ ਦਿੰਦੇ ਆ ਪਰ ਜਦੋਂ ਜਿਵੇਂ ਉੱਥੇ ਕਮਿਊਨਿਟੀ ਵੱਧਦੀ ਜਾਂਦੀ ਹੈ ਤੇ ਉੱਥੇ ਟ੍ਰੈਫਿਕ ਵਧਣਾ ਸ਼ੁਰੂ ਹੋਇਆ ਕਮਿਊਨਿਟੀ ਨੂੰ ਫਿਰ ਬਹੁਤ ਪ੍ਰੋਬਲਮ ਹੁੰਦੀ ਹੈ ਬਿਲਕੁਲ ਜੀ ਜਦੋਂ ਨਵੀਂ ਕਮਿਊਨਿਟੀ ਬਣਦੀ ਆ ਤਾਂ ਜਿਹੜੇ ਚੌਂਕ ਨੇ ਇੰਟਰਸੈਕਸ਼ਨ ਨੇ ਉੱਥੇ ਕੱਲੀ ਸਿਟੀ ਵੱਲੋਂ ਜਿਹੜੇ ਸਟਾਪ ਸਾਈਨ ਲਾਏ ਜਾਂਦੇ ਨੇ 4-ਵੇ ਸਟਾਪ ਸਾਈਨ ਉੱਥੇ ਲੰਮੀ ਵੇਟਿੰਗਸ ਹੁੰਦੀਆਂ ਨੇ ਜਿਹਦੇ ਵਿੱਚ ਸਭ ਤੋਂ ਮੇਨ ਜਿਹੜਾ ਆਪਣੇ ਜੈਫਰਸਨ ਦੇ ਉੱਤੇ ਰੇਲਵੇ ਕ੍ਰਾਸਿੰਗ ਆ ਉਹਦੇ ਨਾਲ ਰਿਚੀ ਸਟਰੀਟ ਆ ਗਈ ਉਸ ਤੋਂ ਅੱਗੇ ਮੈਂਡਲੇ ਆ ਗਈ ਉਸ ਤੋਂ ਅੱਗੇ ਲੀਲਾ ਆ ਗਈ ਘੱਟੋ ਘੱਟ ਇੱਥੇ ਜਿੰਨੇ ਵੀ ਉੱਥੋਂ ਵਹੀਕਲ ਲੰਘਦੇ ਨੇ ਉਹਨਾਂ ਨੂੰ 20 ਤੋਂ 25 ਮਿੰਟ ਦਾ ਇਹ ਚਾਰ ਜਿਹੜੇ ਇੰਟਰਸੈਕਸ਼ਨ ਨੇ ਜਿਨ੍ਹਾਂ ਦੇ ਉੱਤੇ 4-ਵੇ ਸਟਾਪ ਸਾਈਨ ਲੱਗੇ ਹੋਏ ਨੇ ਉੱਥੇ ਪ੍ਰੋਬਲਮ ਆਉਂਦੀ ਆ ਇਹ ਸਾਰੇ ਅੱਧੇ ਕਿਲੋਮੀਟਰ ਦੇ ਵਿੱਚ ਨੇ ਸੋਚਣ ਵਾਲੀ ਗੱਲ ਆ ਵੀ ਸਿਟੀ ਇਹਨਾਂ ਵੱਲ ਚੀਜ਼ਾਂ ਵੱਲ ਨਹੀਂ ਧਿਆਨ ਦਿੰਦੀ ਹੈਗੀ ਧਿਆਨ ਦੇਣਾ ਲੋਕ ਚਾਹੁੰਦੇ ਨੇ ਵੀ ਸਿਟੀ ਇਹਨਾਂ ਵੱਲ ਧਿਆਨ ਦੇਵੇ ਜਿਹੜੇ ਲੀਡਰ ਨੇ ਵੋਟਾਂ ਲੈ ਕੇ ਮੁੜ ਕੇ ਪੁੱਛਦੇ ਨਹੀਂ ਜਾਤ ਲੋਕਾਂ ਦੀ ਉਹਨਾਂ ਨੂੰ ਬਹੁਤ ਇਹ ਸ਼ਰਮ ਵਾਲੀ ਗੱਲ ਹਾਂਜੀ ਵੀਰ ਜੀ ਕਹੋਗੇ ਹਾਂਜੀ ਜਿਵੇਂ ਵੀਰ ਜੀ ਨੇ ਪਹਿਲਾਂ ਕਿਹਾ ਹੈ ਸਾਰਾ ਕੁਝ ਦੱਸ ਦਿੱਤਾ ਹੈ ਅਤੇ ਮੈਂ ਉਹਦੇ ਵਿੱਚ ਐਡ ਔਨ ਕਰਨਾ ਚਾਹੁੰਦਾ ਜਦੋਂ ਇੱਕ ਏਰੀਆ ਡਿਵੈਲਪ ਹੁੰਦਾ ਜੀ ਹੈ ਨਾ ਕਿਉਂ ਨਹੀਂ ਸਿਟੀ ਇਸ ਵੱਲ ਧਿਆਨ ਦਿੰਦੀ ਵੀ ਉਸ ਏਰੀਏ ਦੀਆਂ ਬੇਸਿਕ ਨੀਡਸ ਕੀ ਹੋਣਗੀਆਂ ਠੀਕ ਹੈ ਜੀ
ਏਰੀਆ ਇੱਕ ਇਹ ਨਹੀਂ ਹੈਗਾ ਤੁਸੀਂ ਸੜਕ ਬਣਾ ਦਿੱਤੀ ਤੇ ਲੋਟਾਂ ਕੱਢ ਦਿੱਤੀਆਂ, ਘਰ ਵੇਚ ਦਿੱਤੇ, ਏਰੀਆ ਡਿਵੈਲਪ ਹੋ ਗਿਆ। ਉਸ ਏਰੀਆ ਨੂੰ ਗ੍ਰੀਨ ਸਪੇਸ ਚਾਹੀਦਾ, ਪ੍ਰੋਪਰ ਪਲੇ ਸਟਰਕਚਰ ਚਾਹੀਦਾ, ਸਕੂਲ ਚਾਹੀਦਾ, ਰੋਡਸ ਹੋ ਗਈਆਂ, ਸਾਈਡ ਵਾਕਸ ਚਾਹੀਦੇ ਨੇ, ਠੀਕ ਹੈ ਜੀ। ਕਿਉਂਕਿ ਸਾਰੇ ਬੰਦੇ ਜਿਹੜੇ ਆ ਉਹ ਲੈ ਕੇ ਸਾਨੂੰ ਜੇ ਗੱਡੀਆਂ ਵਾਸਤੇ ਰੋਡ ਚਾਹੀਦੇ ਨੇ ਤਾਂ ਸਾਨੂੰ ਜਿਹੜੇ ਆ ਪੈਦਲ ਤੁਰਨ ਵਾਸਤੇ ਸਾਈਡ ਵਾਕ ਵੀ ਚਾਹੀਦੇ ਨੇ। ਸਾਈਡ ਵਾਕ ਦੀ ਵੀ ਓਨੀ ਮਹੱਤਤਾ ਹੈ ਜਿੰਨੀ ਇੱਕ ਸੜਕ ਦੀ ਹੈਗੀ ਆ। ਤਾਂ ਬਹੁਤੇ ਨਵੇਂ ਏਰੀਆ ਦੇ ਵਿੱਚ ਤੁਸੀਂ ਦੇਖੋਗੇ ਸੜਕਾਂ ਬਣਾ ਦਿੱਤੀਆਂ ਜਾਂਦੀਆਂ ਔਰ ਸੜਕਾਂ ਦੇ ਵੀ ਜਿਹੜਾ ਹੈਗੇ ਆ ਵੇਰੀਅੰਸ ਜਾਂ ਲੋਟਸ ਦੀ ਵੇਰੀਅੰਸ ਇਸ ਢੰਗ ਨਾਲ ਕੀਤੀ ਜਾਂਦੀ ਹੈ ਵੀ ਮਸਾਂ 2 ਗੱਡੀਆਂ ਨਿਕਲਦੀਆਂ ਨੇ। ਹੁਣ ਜੇ ਆਪਾਂ ਕਿਸੇ ਏਰੀਆ ਦੇ ਵਿੱਚ ਜਿਵੇਂ ਕੈਸਲਵਰ ਦੀ ਗੱਲ ਕਰਾਂ, ਉੱਥੇ ਬੱਸ ਸਰਵਿਸ ਲਵਾਉਣ ਲਈ ਅੱਜ ਆਪਾਂ ਰੌਲਾ ਪਾ ਰਹੇ ਹਾਂ ਤਾਂ ਉਹਨਾਂ ਦਾ ਪਹਿਲਾ ਜਵਾਬ ਆਉਂਦਾ ਜਿਹੜੀਆਂ ਉੱਥੋਂ ਦੀਆਂ ਸੜਕਾਂ ਹੈਗੀਆਂ ਨੇ ਉਹ ਉਸ ਨੂੰ ਮੀਟ ਨਹੀਂ ਕਰਦੀਆਂ, ਬੱਸ ਨਿਕਲ ਨਹੀਂ ਸਕਦੀ। ਇਹ ਸਾਨੂੰ ਵੀ ਪਤਾ, ਪਰ ਇਹ ਗੱਲ ਪਹਿਲਾਂ ਕਿਉਂ ਨਹੀਂ ਜਦੋਂ ਪਾਸ ਹੋਇਆ ਸੀ ਏਰੀਆ ਉਦੋਂ ਕਿਉਂ ਨਹੀਂ ਤੇ ਧਿਆਨ ਦਿੱਤਾ ਗਿਆ ਵੀ ਇਹਦੇ 'ਚ ਇੰਨੇ ਘਰ ਬਣ ਰਿਹਾ, ਇੰਨੀ ਪਾਪੂਲੇਸ਼ਨ ਹੋਣੀ ਆ ਤੇ ਇੱਥੇ ਬੱਸ ਸਰਵਿਸ ਚਾਹੀਦੀ ਆ। ਕਿਉਂ ਉਹਦਾ ਜਿਹੜਾ ਸੜਕਾਂ ਹੈਗੀਆਂ ਇੰਨੀਆਂ ਭੀੜੀਆਂ ਉਹਨਾਂ ਨੂੰ ਪਾਸ ਕਿਉਂ ਕੀਤਾ ਗਿਆ? ਅੱਜ ਉਹਦਾ ਹੁਣ ਕੀ ਹੱਲ ਕੀਤਾ ਜਾਏਗਾ? ਕਿਸੇ ਕੋਲ ਕੋਈ ਆਨਸਰ ਨਹੀਂ ਹੈਗਾ। ਸੋ ਸਿਟੀ ਨੂੰ ਇਹ ਚਾਹੀਦਾ ਵੀ ਜੇ ਏਰੀਆ ਡਿਵੈਲਪ ਹੁੰਦਾ ਨਾ ਤਾਂ ਬਸ ਉਹਨਾਂ ਨੂੰ ਮੈਨੂੰ ਜਿਹੜਾ ਮੇਰਾ ਵਿਚਾਰ ਆ, ਮੈਨੂੰ ਲੱਗਦਾ ਕਿ ਉਹਨਾਂ ਨੂੰ ਚਾਹੀਦਾ ਨੰਬਰ ਆਫ ਘਰ ਕਿੰਨੇ ਇੱਥੇ ਬਣਦੇ ਨੇ, ਕਿੰਨਿਆਂ ਘਰਾਂ ਤੋਂ ਟੈਕਸ ਆਉਂਦਾ ਹੈ। ਐਗਜ਼ੈਕਟਲੀ ਬਿਲਕੁਲ ਜੀ। ਜਿਹੜੀ ਵੇਰੀਅੰਸ ਤੁਸੀਂ ਦੇਖੋ, ਅਸੀਂ 1-2 ਮੁੱਦਿਆਂ ਦਾ ਸਿਟੀ ਨਾਲ ਫਾਈਟ ਵੀ ਕੀਤੀ ਆ, ਸਾਡੀ ਹੀਅਰਿੰਗ ਵੀ ਹੋਈ ਆ, ਨਾਲ ਜਿੰਮੀ ਭਾਈ ਸੀਗੇ, ਪੂਰਾ ਦਿਨ ਅਸੀਂ ਸਿਟੀ ਹਾਲ 'ਚ ਬੈ ਕੇ ਹੀਅਰਿੰਗ ਕੀਤੀ ਆ। ਜਿਹੜਾ ਲੋਟ ਸਾਈਜ਼ ਬਹੁਤ ਨੈਰੋ ਘਟਾ ਕੇ, ਠੀਕ ਹੈ ਜੀ, ਹਾਲਾਂਕਿ ਉਹ ਇੱਕ ਬੜਾ ਵੱਡਾ ਸੇਫਟੀ ਦਾ ਮਸਲਾ ਵੀ ਹੈਗਾ, ਪਰ ਸਿਟੀ ਕਹਿੰਦੀ ਇਹਦੇ ਵਿੱਚ ਇੰਨੀ ਜਗ੍ਹਾ ਜਿੰਨੇ ਵੱਧ ਤੋਂ ਵੱਧ ਘਰ ਬਣਦੇ ਆ ਸਾਨੂੰ ਉਹਨਾਂ ਟੈਕਸ ਵੱਧ ਆਉਂਦਾ ਹੈਗਾ, ਪਰ ਉਹ ਟੈਕਸ ਤਾਂ ਲਈ ਜਾਣਾ, ਟੈਕਸ ਦੇ ਨਾਲ ਸਾਨੂੰ ਦੇਣਾ ਕੀ ਆ? ਕੁਝ ਵੀ ਨਹੀਂਗਾ। ਬਿਲਕੁਲ ਜੀ। ਜਿਵੇਂ ਇਹਨਾਂ ਨੇ ਦੱਸਿਆ ਹੈਗਾ ਜਿਹੜੀਆਂ ਨਵੀਂ ਕਮਿਊਨਿਟੀ ਬਣਦੀਆਂ ਹੈਗੀਆਂ ਨੇ ਉੱਥੇ ਜਿਹੜੇ ਸਿਟੀ ਪਲੈਨਰ ਹੁੰਦੇ ਨੇ ਜਾਂ ਜਿਹੜੇ ਉਹਨਾਂ ਨੂੰ ਚੀਜ਼ਾਂ ਨੂੰ ਪਾਸ ਕਰਦੇ ਨੇ, ਸਿਟੀ ਹੋ ਗਈ, ਸਿਟੀ ਪਲੈਨਰ ਹੋ ਗਈ ਜਾਂ ਏਰੀਆ ਡਿਵੈਲਪਰ ਹੈਗਾ, ਸਿਟੀ ਕੌਂਸਲਰ ਦੀ ਵੀ ਉਨੀ ਜ਼ਿੰਮੇਵਾਰੀ ਹੁੰਦੀ ਆ ਵੀ ਕਿ ਉਹ ਜਦੋਂ ਨਵਾਂ ਏਰੀਆ ਬਣਦਾ ਉੱਥੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਨੇ। ਭਵਿੱਖ ਨੂੰ ਭਵਿੱਖ ਬਣਾਉਣ ਲਈ ਕੈਨੇਡਾ ਆਉਂਦੇ ਨੇ ਲੋਕ, ਜਿਹੜੇ ਕੈਨੇਡਾ ਵਿੱਚ ਰਹਿੰਦੇ ਨੇ, ਕਹਿੰਦੇ ਵੀ ਸਾਡਾ ਵੀ ਵਧੀਆ ਭਵਿੱਖ ਹੋਵੇ। ਸੜਕਾਂ ਚੌੜੀਆਂ, ਬਿਲਕੁਲ ਇਹਨਾਂ ਦੀ ਗੱਲ ਹੈ ਵੀ ਬੱਸ ਤਾਂ ਚੱਲੂ ਜੇ ਸੜਕ ਚੌੜੀ ਹੈਗੀ ਆ। ਕਈ ਵਾਰੀ ਇਹਨਾਂ ਚੀਜ਼ਾਂ ਤੋਂ ਫਿਰ ਸਿਟੀ ਬੱਸ ਸਰਵਿਸ ਵਾਲੇ ਵੀ, ਵਿਨੀਪੈਗ ਟ੍ਰਾਂਜ਼ਿਟ ਵਾਲੇ ਕਹਿੰਦੇ ਨੇ ਸੜਕਾਂ ਦਾ ਸਾਡੇ ਮੁਤਾਬਕ ਨਹੀਂ ਹੈਗੀਆਂ ਜੀ। ਉਹ ਲੋਕਾਂ ਨੇ ਤਾਂ ਬਣਾਈਆਂ ਨਹੀਂ ਹੈਗੀਆਂ, ਲੋਕ ਤਾਂ ਉੱਥੇ ਟੈਕਸ ਦੇਣ ਨੂੰ ਬੈਠੇ ਨੇ, ਪਰ ਸਿਟੀ ਪਤਾ ਨਹੀਂ ਕੀ ਕਰਦੀ ਆ। ਸਾਡੇ ਨਾਲ ਇੱਧਰ ਵੀਰ ਜੀ ਨੇ। ਹਾਂਜੀ ਵੀਰ ਜੀ, ਕੀ ਕਹੋਗੇ? ਨਹੀਂ ਵੀਰ ਜੀ, ਆਜੋ ਕੋਈ ਗੱਲ ਨਹੀਂ। ਹਾਂਜੀ, ਕੀ ਕਹੋਗੇ? ਬਸ ਸਾਨੂੰ ਸਾਡੀਆਂ ਬੇਸਿਕ ਦੀਆਂ ਲੋੜਾਂ ਜਿਵੇਂ ਬੱਸ ਸਰਵਿਸ ਹੋ ਗਈ, ਜਿਵੇਂ ਸਾਡੇ ਪੇਰੈਂਟਸ ਆਉਂਦੇ ਹੈਗੇ ਆ ਇੰਡੀਆ ਤੋਂ, ਉਹਨਾਂ ਵਾਸਤੇ ਬੈਠਣ ਨੂੰ ਜਿਹੜੇ ਸ਼ੈਲਟਰ ਚਾਹੀਦੇ ਹੈਗੇ ਆ ਜੀ, ਤੇ ਸਾਡੀਆਂ ਬੇਸਿਕ ਦੀਆਂ ਲੋੜਾਂ ਤੇ ਇਹ ਸਾਰੇ ਪੂਰੀਆਂ ਕਰ ਰਹੇ। ਬਿਲਕੁਲ ਜੀ, ਉਹੀ ਲੋੜਾਂ ਨੇ, ਉਹੀ ਜ਼ਰੂਰਤਾਂ ਨੇ ਲੋਕਾਂ ਦੀਆਂ ਜਿਹੜੀਆਂ ਸਿਟੀ ਨੂੰ ਪਿਛਲੇ ਵੈਸੇ ਤੱਕ ਕਈ ਸਾਲ ਤੋਂ ਮੈਂ ਆਪ ਖੁਦ ਕਹਿੰਦਾ ਆ ਰਿਹਾ ਹੈਗਾ। ਇਹ 5-4 ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਸਿਟੀ ਈਜ਼ੀਲੀ ਕੰਮ ਕਰ ਸਕਦੀ ਹੈ। ਪਤਾ ਨਹੀਂ ਕਿਉਂ, ਮਤਲਬ ਸਿਟੀ ਇਹ ਚੀਜ਼ ਵੱਲ ਧਿਆਨ ਨਹੀਂ ਦਿੰਦੀ। ਪਤਾ ਨਹੀਂ ਕਿਸ ਚੀਜ਼ ਦਾ ਹੰਕਾਰ ਆ, ਜਿਹੜੇ ਲੀਡਰ ਬਣ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਕਿਸ ਚੀਜ਼ ਦਾ ਹੰਕਾਰ ਹੈਗਾ। ਕੋਈ ਗੱਲ ਨਹੀਂ, ਜਨਤਾ ਵੱਡੀ ਹੁੰਦੀ ਆ, ਜਨਤਾ ਦੇ ਫੈਸਲਿਆਂ ਵੱਲ ਲੀਡਰਾਂ ਨੂੰ ਦੇਖਣਾ ਚਾਹੀਦਾ। ਜਿਹੜੇ ਲੀਡਰ ਚੁਣੇ ਹੋਏ ਨੇ ਬੇਸ਼ੱਕ ਉਹ ਇਸ ਕਮਿਊਨਿਟੀ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਏਰੀਆ ਕਈ ਵਾਰੀ ਕਹਿੰਦੇ ਨੇ ਸਾਡੇ ਇਹ ਬੱਸ ਦੀ ਗੱਲ ਹੀ ਹੈਗੀ, ਪਰ ਅਸੀਂ ਆਪ ਚਾਹੁੰਦੇ ਆ, ਲੋਕ ਰਿਕੁਐਸਟ ਕਰਦੇ ਨੇ ਵੀ ਸਾਡੀ ਕਮਿਊਨਿਟੀ ਦਾ ਹਿੱਸਾ ਬਣੋ। ਜਦੋਂ ਇੱਦਾਂ ਦੇ ਕੋਈ ਸਾਨੂੰ ਡੈਮੋਨਸਟ੍ਰੇਸ਼ਨ ਕਰਨੇ ਪੈਂਦੇ ਨੇ, ਰੈਲੀਆਂ ਕਰਨੀਆਂ ਪੈਂਦੀਆਂ ਨੇ, ਕਿਉਂਕਿ ਇੱਕ ਲੀਡਰ ਦੀ ਉੱਥੇ ਵੱਧ ਸੁਣੀ ਜਾਂਦੀ ਹੈ ਸਿਟੀ ਦੇ ਉੱਤੇ, ਸਿਟੀ ਦੇ ਵਿੱਚ ਵੱਧ ਸੁਣੀ ਜਾਂਦੀ, ਕਿਉਂਕਿ ਲੀਡਰ ਹੁੰਦੇ ਨੇ ਸਾਡੇ ਦਿੱਤੇ ਹੋਏ ਟੈਕਸਾਂ ਦੇ ਵਿੱਚੋਂ ਪੈਸੇ ਲੈਂਦੇ ਨੇ। ਸਾਡੇ ਨਾਲ ਜੀ ਇੱਧਰ ਅਰੋੜਾ ਕਮਿਊਨਿਟੀ ਜਿਹੜੀ ਇੱਧਰ ਮਤਲਬ ਗਾਰਡਨ ਸਿਟੀ ਦੇ ਹੋਮ ਡਿਪੂ ਵਾਲੀ ਸਾਈਡ, ਇੱਧਰ ਅੱਜ ਅਰੋੜਾ ਕਮਿਊਨਿਟੀ ਵਾਲਿਆਂ ਨੇ ਧੁੰਮਾਂ ਪਾਈਆਂ ਹੋਈਆਂ ਨੇ। ਇਹਨਾਂ ਦੀਆਂ ਡਿਮਾਂਡਾਂ ਵੀ ਜਾਇਜ਼ ਨੇ, ਕਿਉਂਕਿ ਇੱਥੋਂ ਜਿਹੜਾ ਏਰੀਆ ਅਰੋੜਾ ਕਮਿਊਨਿਟੀ ਦਾ ਘੱਟੋ ਘੱਟ 1.5 ਤੋਂ 2 ਕਿਲੋਮੀਟਰ ਦਾ ਪੈਂਦਾ। ਕੀ ਕਹੋਗੇ ਵੀਰ ਜੀ? ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਟੈਕਸ ਵਗੈਰਾ ਸਾਰਾ ਕੁਝ ਪੇ ਕਰਦੇ ਹਾਂ ਤੇ ਸਾਨੂੰ ਸਾਡੀਆਂ ਜਿਹੜਾ ਹੱਕ ਬਣਦਾ ਫੈਸਿਲਿਟੀਜ਼ ਦੀਆਂ ਉਹ ਸਾਨੂੰ ਮਿਲਣਾ ਚਾਹੀਦਾ ਹੈ। ਜੀ, ਬਿਲਕੁਲ ਜੀ, ਹੱਕ ਮਿਲਣਾ ਚਾਹੀਦਾ। ਹਾਂਜੀ ਵੀਰ, ਮੈਂ ਤਾਂ ਇਹ ਕਹੂੰਗਾ ਵੀ ਜਦੋਂ ਘਰ ਬਣਾਇਆ ਜਾਂਦਾ ਉਦੋਂ ਕਹਿੰਦੇ ਇੱਥੇ ਆ ਵੀ ਬਣੂਗਾ, ਸਕੂਲ ਬਣੂ, ਗਰਾਊਂਡ ਬਣੂਗਾ, ਬਾਅਦ 'ਚ ਕੁਝ ਬਣਦਾ ਨਹੀਂ। ਬਸ ਸਾਨੂੰ ਉਹੀ ਦਿੱਕਤ ਆ, ਪਹਿਲਾਂ ਜੋ ਹੈਗਾ ਸੱਚ ਦੱਸ ਦਿਓ। ਜੀ ਬਿਲਕੁਲ ਜੀ। ਸਿਟੀ ਜਦੋਂ ਪਲਾਨ ਕਰਦੀ ਹੈ ਚੀਜ਼ਾਂ ਬਾਰੇ ਤਾਂ ਲੋਕਾਂ ਨੂੰ ਜਦੋਂ ਦੱਸਿਆ ਜਾਂਦਾ ਜਾਂ ਜਿਹੜੇ ਡਿਵੈਲਪਰ ਹੁੰਦੇ ਨੇ ਉਹਨਾਂ ਵੱਲੋਂ ਲੋਕਾਂ ਨੂੰ ਦੱਸਿਆ ਜਾਂਦਾ ਵੀ ਇੱਥੇ ਸਕੂਲ ਵੀ ਬਣੂਗਾ, ਇੱਥੇ ਪਾਰਕ ਵੀ ਬਣੂਗਾ, ਇੱਥੇ ਕਮਿਊਨਿਟੀ ਹਾਲ ਵੀ ਬਣੂਗਾ, ਇੱਥੇ ਲਾਇਬ੍ਰੇਰੀ ਬਣੂਗੀ, ਇੱਥੇ ਬੱਸ ਵੀ ਆਊਗੀ। ਪਰ 5-7 ਸਾਲ ਹੋ ਚੱਲੇ ਨੇ, ਕੁਝ ਨਹੀਂ ਆ ਰਿਹਾ। ਸਿਰਫ ਸਿਟੀ ਟੈਕਸ ਲੈ ਰਹੀ ਆ, ਜਿਹੜੇ ਲੀਡਰ ਨੇ ਉਸ ਟੈਕਸ ਦੇ ਵਿੱਚੋਂ ਤਨਖਾਹ ਲਈ ਜਾ ਰਹੇ ਨੇ। ਹਾਂਜੀ ਬਿਲਕੁਲ ਜੀ, ਮੈਂ ਭਾਜੀ ਹੁਣਾਂ ਨਾਲ ਬਿਲਕੁਲ ਸਹਿਮਤ ਹਾਂ ਵੀ ਜਦੋਂ ਤਾਂ ਲੋਟ ਕੱਟਦੇ ਆ ਜਾਂ ਡਿਵੈਲਪਮੈਂਟ ਹੁੰਦੀ ਆ ਉਦੋਂ ਕਾਫੀ ਕੁਝ ਵਾਅਦੇ ਕਰਦੇ ਆ, ਪਰ ਉਸ ਤੋਂ ਬਾਅਦ ਉਹ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰਦੇ। ਤੇ ਸਾਨੂੰ ਬਹੁਤ ਕੁਝ ਕਿਹਾ ਗਿਆ ਸੀ, ਨਾ ਉੱਥੇ ਪਾਰਕ 'ਚ ਕੋਈ ਸ਼ੈੱਡ ਆ ਤੇ ਨਾ ਪ੍ਰੋਪਰ ਕਲੀਨਿੰਗ ਆ, ਨਾ ਕਮਿਊਨਿਟੀ ਹਾਲ ਆ, ਤੇ ਬੱਸ ਸਰਵਿਸ ਵੀ ਹੈ ਨਹੀਂ, ਜਿਹਨਾਂ ਬਹੁਤ ਦਿੱਕਤ ਆਉਂਦੀ ਹੈ। ਤੁਸੀਂ ਇਸ ਸੰਬੰਧ ਦੇ ਵਿੱਚ ਆਪਣੇ ਜਿਹੜੇ ਸਿਟੀ ਨਾਲ ਕਦੇ ਗੱਲਬਾਤ ਕਰੀ ਜਾਂ ਸਿਟੀ ਜਿਹੜੇ ਆਪਣੇ ਰਿਪਰੈਜ਼ੈਂਟ ਕਰਦੇ ਨੇ ਜਾਂ ਕਾਉਂਸਲਰ ਨਾਲ? ਹਾਂਜੀ, ਜਿਹੜੇ ਸਾਡੇ ਇੱਦਾਂ ਅਰੋੜਾ ਤੋਂ ਹੋਰ ਬੰਦੇ ਮੁੱਖ ਉਹ ਕਰਦੇ ਰਹਿੰਦੇ ਆ ਗੱਲਬਾਤ, ਪਰ ਕੋਈ ਉਹਨਾਂ ਵੱਲੋਂ ਪ੍ਰਤੀਕਿਰਿਆ ਨਹੀਂ ਆਈ। ਹਾਂਜੀ ਕੀ ਕਹੋਗੇ ਜੀ? ਸੇਮ ਹੀ ਜਿੱਦਾਂ ਵੀਰੇ ਬਾਈ ਕਿਹਾ ਬਾਈ ਹੁਣਾਂ ਨੇ ਵੀ
ਵੀ ਜਦੋਂ ਆਪਣੀ ਡਿਵੈਲਪਮੈਂਟ ਹੁੰਦੀ ਆ ਉਹਦਾ ਇਹ ਵੀ ਹੋਣਾ ਚਾਹੀਦਾ ਇੱਕ ਪਲਾਨ ਵੀ ਬੱਸਿੰਗ ਸਰਵਿਸ ਦਾ ਨਾ। ਹੁਣ ਟੈਕਸ ਪੇ ਕਰਦੇ ਆ ਜੀ, ਮਿਨੀਮਮ 6 ਤੋਂ 7 ਹਜ਼ਾਰ ਇੱਕ ਬੰਦਾ ਟੈਕਸ ਪੇ ਕਰ ਰਿਹਾ ਘਰ ਦਾ, ਤੇ ਹਰ ਇੱਕ ਸਾਲ ਬਿਨਾਂ ਪੁੱਛੇ ਟੈਕਸ ਵਧਾ ਜਾਂਦੇ ਨੇ, ਪਰ ਉਨੀ ਸਰਵਿਸ ਹੈ ਨਹੀਂ। ਜੀ 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 ਸਰ। ਹਾਂਜੀ, ਮੇਨ ਇਸ਼ੂ ਬੱਸ ਸਰਵਿਸ ਦਾ ਆ, ਤੇ ਬੱਚਿਆਂ ਲਈ ਪਾਰਕ ਬਿਲਕੁਲ ਨਹੀਂ, ਬਹੁਤ ਛੋਟੀ ਆ ਸਾਈਜ਼ ਦੇ ਵਿੱਚ, ਤੇ ਲਾਸਟ ਵਿੰਟਰ ਜਿੱਦਾਂ ਬੈਠ ਸੀਗਾ ਸਨੋ ਪਲੇਟਿੰਗ ਦੀ ਬਹੁਤ ਪ੍ਰੋਬਲਮ ਆਈ। ਸੋ ਮੇਜਰ ਇਸ਼ੂ ਇਹ ਨੇ, ਬਾਕੀ ਛੋਟੀਆਂ ਮੋਟੀਆਂ ਹੋਰ ਵੀ ਪ੍ਰੋਬਲਮ ਨੇ। ਬਿਲਕੁਲ ਜੀ, ਛੋਟੀਆਂ ਮੋਟੀਆਂ ਪ੍ਰੋਬਲਮ ਵੀ ਨੇ, ਵੱਡੀਆਂ ਪ੍ਰੋਬਲਮ ਵੀ ਨੇ, ਪਰ ਪ੍ਰੋਬਲਮ ਸੋਲਵ ਕਰਨਾ ਸਿਟੀ ਦਾ ਜਿਹੜਾ ਉਹ ਫਰਜ਼ ਆ, ਜਾਂ ਜਿਹੜੇ ਚੁਣੇ ਹੋਏ ਲੀਡਰ ਨੇ ਜਿਹੜੇ ਲੋਕਾਂ ਤੋਂ ਵੋਟਾਂ ਲੈਂਦੇ ਨੇ, ਉਹਨਾਂ ਨੂੰ ਲੋਕਾਂ ਦੀਆਂ ਪ੍ਰੋਬਲਮਾਂ ਵੱਲ ਧਿਆਨ ਦੇਣਾ ਚਾਹੀਦਾ ਜੀ। ਬਿਲਕੁਲ, ਅਸੀਂ ਇਸ ਵਕਤ ਲੀਲਾ ਵਾਲੀ ਸਾਈਡ ਆ, ਇੱਧਰ ਜਿਹੜੇ ਲੋਕ ਐਂਬਰ ਗੇਟ, ਐਂਬਰ ਟ੍ਰੇਲ ਜਾਂ ਲੀਲਾ ਵਾਲੀ ਸਾਈਡ ਜਿਹੜੇ ਰਹਿੰਦੇ ਨੇ ਉਹਨਾਂ ਦੀਆਂ ਵੀ ਪ੍ਰੋਬਲਮਸ ਨੇ। ਵੀਰ ਜੀ ਕੋਲੇ ਹੈਗਾ ਵੀ ਵਾਂਟ ਅਪਗ੍ਰੇਡ ਲੀਲਾ ਫਰੋਮ ਵੈਸਟ ਆਫ ਪਾਈਪਲਾਈਨ। ਬਿਲਕੁਲ, ਕਿਉਂਕਿ ਇੱਥੋਂ ਤੇ ਲੈ ਕੇ ਪਾਈਪਲਾਈਨ ਤੱਕ ਜਿਹੜਾ ਲੀਲਾ ਉਹ 2 ਵੇ ਹੈਗੀ ਆ, ਅੱਗੇ ਜਾ ਕੇ 1 ਵੇ ਹੋ ਜਾਂਦੀ ਆ। 20-25 ਸਾਲ 30 ਸਾਲ ਪਹਿਲਾਂ ਦੀ ਸੜਕ ਬਣੀ ਸਾਡੇ ਕੈਨੇਡਾ ਆਉਣ ਤੋਂ ਪਹਿਲਾਂ ਜਾਂ ਵਿਨੀਪੈਗ ਆਉਣ ਤੋਂ ਪਹਿਲਾਂ, ਜਦ ਦਾ ਵਿਨੀਪੈਗ ਵਸਿਆ ਹੈਗਾ। ਹੁਣ ਉਸ ਸਾਈਡ ਦੇ ਉੱਤੇ ਜਿਹੜੀ ਕਮਿਊਨਿਟੀ ਆ ਤਿੱਗਣੀ ਚੌਗਣੀ ਹੋ ਚੁੱਕੀ ਆ। ਉਤੋਂ ਮੈਂਡਲੇ ਨੂੰ ਵੀ ਰਸਤਾ ਜਾਂਦਾ ਹੈਗਾ, ਰਾਈਟ ਸਾਈਡ ਦੇ ਉੱਤੇ ਐਂਬਰ ਟ੍ਰੇਲ ਵੀ ਬਣਿਆ। ਹਾਂਜੀ ਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹੁਣ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਚੁੱਕਿਆ ਜੀ, ਇਸ ਕਰਕੇ ਜਿਹੜੀਆਂ ਰੋਡ ਆ ਉਹ ਅਸੀਂ ਚਾਹੁੰਦੇ ਵੀ 2 ਵੇ ਹੋ ਜੋ ਤੋਂ। ਜੀ ਜੀ ਜੀ। ਜਿਹੜੀ ਲੀਲਾ ਤੇ ਆ ਟੈਂਪਲਟਨ ਤੱਕ ਜੀ ਪਾਈਪਲਾਈਨ ਆ ਜਿਹੜੀ। ਜੀ 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 ਬਿਲਕੁਲ ਜੀ। ਲੀਲਾ ਲਈ ਵੀ ਲੋਕ ਚਾਹੁੰਦੇ ਨੇ 2 ਵੇ ਹੋ ਜਾਵੇ, ਪਾਈਪਲਾਈਨ ਵੀ। ਮੈਂ ਕੈਮਰਾਮੈਨ ਕਹੂੰਗਾ ਇੱਧਰਲੀ ਸਾਈਡ ਤੇ ਆ ਜਾਣ, ਤੇ ਪਾਈਪਲਾਈਨ ਵੀ ਲੋਕ ਚਾਹੁੰਦੇ ਨੇ ਵੀ ਉਹ ਵੀ 2 ਵੇ ਹੋਵੇ। ਸਾਡੇ ਨਾਲ ਪਿੱਛੇ ਤੁਸੀਂ ਦੇਖ ਸਕਦੇ ਹੋ ਗਲੈਨ ਮੋਰੇ, ਜਿਹੜੇ ਭਵਿੱਖ ਦੇ ਵਿੱਚ ਪਿੱਛੇ ਪਹਿਲਾਂ ਵੀ ਇਹ ਮੇਅਰ ਰਹੇ ਨੇ ਇੱਕ ਟਰਮ ਦੇ ਵਿੱਚ। ਪੰਜਾਬੀ ਕਮਿਊਨਿਟੀ ਨਾਲ ਬਹੁਤ ਇਹਨਾਂ ਦਾ ਲਗਾਵ ਹੈਗਾ। ਅੱਜ ਸਪੈਸ਼ਲ ਤੌਰ ਦੇ ਉੱਤੇ ਇਹ ਲੀਡਰ ਇੱਥੇ ਆਏ ਨੇ ਲੋਕਾਂ ਦੀਆਂ ਪ੍ਰੋਬਲਮਾਂ ਦੇਖਣ ਵਾਸਤੇ। ਜੀ ਸਰ। ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ ਸਾਰੇ ਇੱਥੇ ਬਸ ਆਪਣੀਆਂ ਕੋਈ ਖਾਸ ਸਾਡੀ ਬੇਸਿਕ ਨੀਡ ਆਈਆਂ, ਬੇਸਿਕ ਨੀਡ ਦੀ ਮੰਗ ਕਰ ਰਹੇ ਹੈਗੇ। ਜਿਹੜਾ ਸਾਡਾ ਏਰੀਆ ਇੱਕ ਇਹੋ ਜਿਹਾ ਏਰੀਆ ਜਿਹੜੇ ਅਸੀਂ ਸਭ ਤੋਂ ਵੱਧ ਟੈਕਸ ਪੇ ਕਰਦੇ ਹੈਗੇ, ਬਟ ਐਜ਼ ਕੰਪੇਅਰ ਟੂ ਦੂਸਰੇ ਏਰੀਏ ਜਿੱਥੇ ਸਾਡੇ ਬਰਾਬਰ ਦਾ ਟੈਕਸ ਜਿਹੜਾ ਮੰਨ ਕੇ ਚਲੋ ਪੇ ਕਰਦੇ ਹੈਗੇ, ਉਹਨਾਂ ਦੇ ਕੰਪੈਰੇਟਿਵਲੀ ਸਾਡੇ ਬਹੁਤ ਸਾਡੇ ਕੋਲ ਕੋਈ ਵੀ ਸਾਡੇ ਕੋਲ ਬੇਸਿਕ ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਹੈਗੀਆਂ, ਜਿਵੇਂ ਮੰਨ ਲਓ ਵੀ ਟ੍ਰੈਫਿਕ ਸਰਵਿਸ ਹੋ ਗਈ, ਜਾਂ ਆਪਣਾ ਲਾ ਲਓ ਵੀ ਗ੍ਰੀਨ ਏਰੀਆ ਜਾਂ ਗ੍ਰੀਨ ਵਾਕਵੇ ਨਾ, ਜਾਂ ਵਾਕਵੇ, ਸਾਡੇ ਕੋਲ ਕੁਝ ਵੀ ਇੱਥੇ ਹੈ ਨਹੀਂ ਗਾ। ਅਸੀਂ ਬਸ ਇੱਕ ਰਿਕੁਐਸਟ ਕਰ ਰਹੇ ਹਾਂ ਕਿ ਵੀ ਸਾਨੂੰ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਉਹ ਸਾਨੂੰ ਪ੍ਰੋਵਾਈਡ ਕਰਵਾਈਆਂ ਜਾਣ। ਜੀ ਜੀ ਬਿਲਕੁਲ ਜੀ। ਹਰ ਇੱਕ ਬੰਦਾ ਬੇਸਿਕ ਜਿਹੜੀਆਂ ਲੋੜਾਂ ਨੇ ਉਹ ਮੰਗ ਰਿਹਾ। ਕੋਈ ਇੱਥੇ ਨੌਕਰੀ ਨਹੀਂ ਮੰਗਦਾ, ਕੋਈ ਆਟਾ ਦਾਲ ਵਾਲੀ ਇੰਡੀਆ ਵਾਂਗੂ ਕੋਈ ਸਕੀਮ ਨਹੀਂ ਮੰਗਦਾ ਹੈਗਾ। ਬੇਸਿਕ ਲੋੜਾਂ ਨੇ ਇਹ ਸਿਟੀ ਦਾ ਪਹਿਲਾ ਫਰਜ਼ ਹੁੰਦਾ, ਕਿਉਂਕਿ ਸਿਟੀ ਟੈਕਸ ਲੈਂਦੀ ਹੈਗੀ ਆ, ਸਿਟੀ ਪਲਾਨ ਕਰਦੀ ਆ, ਉੱਥੇ ਸਿਟੀ ਵੱਲੋਂ ਵਾਅਦੇ ਕੀਤੇ ਜਾਂਦੇ ਨੇ। ਇਹਨਾਂ ਕੰਟਰੀਆਂ ਦੇ ਵਿੱਚ ਲੋਕ ਟੈਕਸ ਪੇ ਵੱਧ ਤੋਂ ਵੱਧ, ਮੈਨੂੰ ਲੱਗਦਾ 100% ਲੋਕ ਟੈਕਸ ਪੇ ਕਰਦੇ ਨੇ। ਆਓ ਵੀਰ ਜੀ, ਕੀ ਕਹੋਗੇ? ਭਾਈ ਸਾਨੂੰ ਰੈਗੂਲਰ ਬੱਸ ਸਰਵਿਸ ਚਾਹੀਦੀ ਹੈ। ਸਾਡੇ ਬੱਚੇ ਯੂਨੀਵਰਸਿਟੀ ਜਾਂਦੇ ਆ, ਉਹਨਾਂ ਵਾਸਤੇ ਬੱਸ ਨਹੀਂ ਜਾਂ ਮਿਲਦੀ। ਇੰਟਰਸੈਕਸ਼ਨ 'ਤੇ ਟੂ ਮੱਚ ਟ੍ਰੈਫਿਕ ਹੁੰਦੀ ਹੈ ਜੀ। ਮਾਰਨਿੰਗ ਟਾਈਮ, ਇਵਨਿੰਗ ਟਾਈਮ 15-20 ਮਿੰਟ ਸਾਨੂੰ ਲਾਈਨ ਵਿੱਚ ਲੱਗਿਆ ਰਹਿਣਾ ਪੈਂਦਾ ਜੀ। ਸਿਟੀ ਸਾਨੂੰ ਪ੍ਰੋਵਾਈਡ ਹੀ ਨਹੀਂ ਕਰਾ ਰਹੀ, ਹਾਈ ਟੈਕਸ ਲੈ ਰਹੀ ਹੈ ਸਿਟੀ ਤੋਂ। ਜੀ ਜੀ ਬਿਲਕੁਲ ਜੀ। ਇਹ ਗੱਲ ਕਰ ਰਹੇ ਨੇ ਜਿਹੜੀ ਮੈਕਪਲੇਪਸ ਐਂਡ ਟੈਂਪਲਟਨ ਦੇ ਉੱਤੇ ਲਾਈਟਾਂ, ਜਿਨ੍ਹਾਂ ਦੇ ਬਾਰੇ ਅਸੀਂ ਪਿੱਛੇ ਅੱਜ ਤੋਂ 15-20 ਦਿਨ ਪਹਿਲਾਂ ਵੀ ਡੈਮੋਨਸਟ੍ਰੇਸ਼ਨ ਰੈਲੀ ਕੀਤੀ ਸੀ, ਵੀ ਉੱਥੇ ਸਿਰਫ ਟ੍ਰੈਫਿਕ ਲਾਈਟ ਦੀ ਜ਼ਰੂਰਤ ਆ, ਜਿਹੜੀ ਕਿ ਲੋਕਾਂ ਦੀ ਡਿਮਾਂਡ ਆ, ਕਿਉਂਕਿ ਏਰੀਏ ਦੇ ਵਿੱਚ ਲੋਕ ਵੱਧ ਰਹਿਣ ਲੱਗ ਪਏ ਨੇ। ਉੱਥੇ ਭਾਜੀ ਇੰਟਰਸੈਕਸ਼ਨ ਤੇ ਐਕਸੀਡੈਂਟ ਬਹੁਤ ਹੁੰਦੇ ਆ ਜੀ, ਲਾਈਟਾਂ ਨਾ ਹੋਣ ਕਰਕੇ। ਟਾਈਮਿੰਗ ਬਹੁਤ ਲੱਗਦੀ ਹੈ ਜੀ, ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ। ਜੀ 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 ਬਿਲਕੁਲ ਜੀ। ਜਦੋਂ ਇਦਾਂ ਦੀਆਂ ਪ੍ਰੋਬਲਮ ਹੁੰਦੀਆਂ ਨੇ ਤਾਂ ਦਿੱਕਤਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈਗਾ। ਜੀ ਕੀ ਕਹੋਗੇ? ਹਾਂਜੀ ਭਾਈ ਜੀ, ਅਸੀਂ ਆਹੀ ਕਵਾਂਗੇ ਸਿਟੀ ਨੂੰ, ਸਾਡੀਆਂ ਸਮੱਸਿਆਵਾਂ ਜਿਹੜੀਆਂ ਬੱਸ ਸਰਵਿਸ ਦੀਆਂ ਹੈਗੀਆਂ, ਸਕੂਲ ਦੀਆਂ ਹੈਗੀਆਂ, ਹੋਰ ਜਿਹੜੀਆਂ ਸਮੱਸਿਆ ਇੱਥੋਂ ਦੀਆਂ ਹੈਗੀਆਂ ਲੋਕਾਂ ਦੀਆਂ ਵਿਚਾਰਿਆਂ ਦੀਆਂ, ਉਹ ਜਲਦ ਤੋਂ ਜਲਦ ਹੱਲ ਕੀਤੀਆਂ ਜਾਣ। ਵੀ ਦੇਖੋ ਫੈਮਲੀਆਂ ਕਿਵੇਂ ਆਪਣਾ ਆ ਕੇ ਇੱਥੇ ਯੋਗਦਾਨ ਦੇ ਰਹੀਆਂ, ਖੜ ਰਹੀਆਂ, ਆਪਦੇ ਮੰਗਾਂ ਮੰਗ ਰਹੀਆਂ ਇੱਥੇ, ਰਾਈਟ। ਤੇ ਇਹਨਾਂ ਨੂੰ ਜ਼ਰੂਰ ਇਹਨਾਂ ਨੂੰ ਸੁਣਨਾ ਚਾਹੀਦਾ, ਸਿਟੀ ਨੂੰ ਜਲਦੀ ਤੋਂ ਜਲਦੀ ਇਸ ਦਾ ਹੱਲ ਕਰਨਾ ਚਾਹੀਦਾ। ਤੇ ਥੈਂਕ ਯੂ। ਬਿਲਕੁਲ ਜੀ। ਸਾਡੇ ਨਾਲ ਹਾਂਜੀ ਵੀਰ ਜੀ, ਕੀ ਕਹੋਗੇ? ਹਾਂਜੀ, ਅਸੀਂ ਇੱਥੇ ਅੱਜ 5 ਕਮਿਊਨਿਟੀਆਂ ਕੈਸਲਬਰੀ ਤੋਂ ਲੈ ਕੇ ਅਰੋਰਾ ਤੱਕ ਇੱਥੇ ਇਕੱਠੇ ਹੋਏ ਆ। ਤੇ ਮੇਨ ਪ੍ਰੋਬਲਮ ਸਾਡੀ ਸਭ ਤੋਂ ਵੱਡੀ ਬੱਸ ਆ, ਜਿਹੜੀਆਂ ਕੈਸਲਬਰੀ ਦੇ ਵਿੱਚ ਤੇ ਅਰੋਰਾ ਦੇ ਵਿੱਚ, ਤੇ ਜਿੱਥੇ ਹੈਗੀ ਆ ਬੱਸ ਸਰਵਿਸ ਉੱਥੇ ਜਾਂ ਤਾਂ ਰੈਗੂਲਰ ਨਹੀਂ ਤੇ ਜਾਂ ਕੁਛ ਘੱਟ ਬੱਸ ਸਰਵਿਸ ਆ। ਜਿਵੇਂ ਐਂਬਰ ਟ੍ਰੇਲ ਤੋਂ ਸਿੱਧੀ ਗਾਰਡਨ ਸਿਟੀ ਨੂੰ ਕੋਈ ਬੱਸ ਸਰਵਿਸ ਨਹੀਂ। ਤੇ 50 ਸਾਲ ਪਹਿਲਾਂ ਇੱਥੇ ਕਮਿਊਨਿਟੀ ਸੈਂਟਰ ਜਿਹੜਾ ਮੇਪਲ 'ਚ ਬਣਿਆ ਸੀ, ਉਹ ਹੁਣ ਛੋਟਾ ਪੈ ਚੁੱਕਿਆ। ਤੇ ਉਹਦੇ ਲਈ ਸਾਨੂੰ ਨਵੇਂ ਕਮਿਊਨਿਟੀ ਸੈਂਟਰ ਦੀ ਇੱਕ ਪਲਾਨ ਚਾਹੀਦੀ ਹੈ। ਸਾਨੂੰ ਸਿਟੀ ਤੋਂ ਜ਼ਰੂਰੀ ਨਹੀਂ ਵੀ ਸਾਨੂੰ ਅੱਜ ਇੰਨੇ ਚਿਰ 'ਚ ਬਣਾ ਕੇ ਦਿਓ, ਪਰ ਸਾਨੂੰ ਅਸੀਂ ਚਾਹੁੰਦੇ ਹਾਂ ਵੀ ਕੀ ਪਲਾਨ ਕੀ ਆ ਸਿਟੀ ਦੀ, ਇਹ ਸਾਡੀ ਮੰਗ ਆ। ਤੇ ਇਸ ਤੋਂ ਬਿਨਾਂ ਜਿਹੜੇ ਇੱਥੇ ਲੋਕ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਸਾਰੀਆਂ ਕਮਿਊਨਿਟੀਆਂ ਤੋਂ ਹੀ ਲੋਕ ਇੱਥੇ ਸੱਜਣ ਆਏ ਹੋਏ ਆ, ਕੈਸਲਬਰੀ, ਵਾਟਰਫੋਰਡ, ਅਰੋਰਾ, ਐਂਬਰ ਗੇਟ, ਐਂਬਰ ਟ੍ਰੇਲ। ਤੇ
ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਜੀ 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 ਬਿਲਕੁਲ ਜੀ ਸਾਰੀਆਂ ਕਮਿਊਨਿਟੀਆਂ ਤੋਂ ਜਿਹੜੇ ਵੱਖਰੇ ਵੱਖਰੇ ਇੱਥੇ ਲੋਕ ਖੜੇ ਹੈਗੇ ਨੇ ਪੋਲੀਟੀਕਲ ਲੀਡਰ ਵੀ ਖੜੇ ਹੈਗੇ ਨੇ ਸਾਡੇ ਨਾਲ ਇੱਧਰ ਵੀਰ ਜੀ ਨੇ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਸਰ ਕੀ ਕਹੋਗੇ ਹਾਂਜੀ ਜੀ ਜਿਹੜਾ ਅੱਜ ਦਾ ਆਪਣਾ ਹੈਗਾ ਇਕੱਠੇ ਹੋਣ ਦਾ ਮਕਸਦ ਜਿਹੜਾ ਹੈਗਾ ਰੈਲੀ ਦਾ ਜਿਹੜੀਆਂ ਆਪਣੀਆਂ ਬੇਸਿਕ ਨੀਡਸ ਹੈ ਉਹਨਾਂ ਦੇ ਨਾਲ ਹੀ ਰਿਲੇਟਡ ਹੈ ਅੱਜ ਆਪਣੇ ਕੋਲ 3 ਮੇਰਲ ਕੈਂਡੀਡੇਟਸ ਆਏ ਹੈ ਗਲੈਨ ਮਰੀ ਹੈ ਰੋਬਰਟ ਹੈ ਤੇ ਡੌਨ ਹੈ ਤੇ ਤਿੰਨਾਂ ਦਾ ਇਹੀ ਹੈ ਸਾਡਾ ਕੁਐਸਚਨ ਉਹਨਾਂ ਨੂੰ ਕਿ ਜਦੋਂ ਜੇ ਉਹਨਾਂ 'ਚੋਂ ਕੋਈ ਵੀ ਇਲੈਕਟ ਹੁੰਦਾ ਹੈ ਤੇ ਸਾਡੇ ਲਈ ਕੀ ਕਰਨਗੇ ਤੇ ਸਾਡੀਆਂ ਜਿਹੜੀਆਂ ਨੀਡਸ ਹੈ ਬੜੀਆਂ ਬੇਸਿਕ ਹੈ ਬੱਸ ਜਿਹੜੀ ਹੈ ਟ੍ਰਾਂਜ਼ਿਟ ਬੱਸ ਦੀ ਨੀਡ ਹੈ ਜਿਹੜੀ ਹੈਗੀ ਹੈ ਪਬਲਿਕ ਲਾਇਬ੍ਰੇਰੀ ਜਾਂ ਕਮਿਊਨਿਟੀ ਸੈਂਟਰ ਜਾਂ ਜਿਹੜੀਆਂ ਟ੍ਰੈਫਿਕ ਲਾਈਟਸ ਹੈ ਗ੍ਰੀਨ ਪਾਰਕਸ ਹੈ ਜਿਹੜੇ ਸਾਨੂੰ ਪ੍ਰੋਮਿਸ ਕੀਤੇ ਗਏ ਸੀਗੇ ਉਹਨਾਂ ਦਾ ਪਤਾ ਹੀ ਨਹੀਂ ਹੈ ਕਿੱਥੇ ਹੈਗਾ ਤੇ ਰਾਈਟ ਨਾਓ ਦੇ ਆਲ ਆਰ ਪ੍ਰੋਮਿਸਿੰਗ ਕਿ ਹਾਂਜੀ ਜਦੋਂ ਅਸੀਂ ਆਵਾਂਗੇ ਤਿੰਨਾਂ ਕੋਲ ਆਪੋ ਆਪਣਾ ਪਲਾਨ ਹੈਗਾ ਕਿ ਕਿੱਦਾਂ ਆਪਣੇ ਆਣਗੇ ਤੇ ਕਿੱਦਾਂ ਉਹ ਐਗਜ਼ੀਕਿਊਟ ਕਰਨਗੇ ਸੋ ਲੈਟਸ ਸੀ ਜੀ ਬਿਲਕੁਲ ਜੀ ਜਿਹੜੇ ਪ੍ਰੋਮਿਸ ਕੀਤੇ ਗਏ ਨੇ ਉਹ ਹਵਾ ਦੇ ਵਿੱਚ ਨੇ ਤੇ ਲੋਕ ਰਸਤਿਆਂ ਦੇ ਵਿੱਚ ਚੌਂਕਾਂ ਦੇ ਵਿੱਚ ਖੜੇ ਨੇ ਜੀ ਆ ਜਾਓ of questions like as you know our politicians they already promise so much of things but at the end of the day deliver us nothing. So how do you say that you're different from those and how you're going to help us to solve our community problems? 4 years ago when I ran for mayor I said we needed $250 million annually for recreational facilities. The shirt I'm wearing is 4 years old and the back of the shirt it says sports capital not crime capital. So before all of this started, I was already trying to champion that. This year when I'm running, 4 years later, I said I want $400 million annually for recreational facilities. Why? Because I believe if we have more community involvement and more community centers and more community input, okay, the community is going to be healthier. So I'm not just talking about it. I'm not just throwing up some numbers to get it happen. And I will get this done without raising your taxes. I believe you have paid enough taxes already. Yeah, that was my actually second question. Like Amber Gates, Amber Trail area, that's the area which is paying like second largest property taxes. Yes. Whole Winnipeg. Yes. But if you see what kind of facilities we're getting, it's nothing. It's shameful. Shameful because all that we needed was to do was manage the resources better. Recently I asked the question, I just make and infer that, you know, some of the policies that we make in the city of Winnipeg, you got to shake your head. And the reason why you got to shake your head is that the people who are making those decisions are not making them on sound common sense. You just take common sense into it. They're making them based on who they want to give favoritism to. And now I'm being sued. Yeah, that's a big question actually. Favoritism is going on in the city at a large scale. Large scale. So I'm being sued right now, right? They have threatened to sue me because I made that suggestion. I'm not just going to talk about the issue. I am committed. This is not the first election. This is not the second election that I'm running. So I can say to everybody, the difference between me and everybody that separates me, I have gotten a lot of things done in the city. I'm the guy who got those blue bins for you in the black lane that you put your recyclables in. That was me. If you go in the grocery stores, you'll see a lot of the reusable bags. I champion that for the city. Okay? I've never been elected. So I'm saying to the community, hey, I've never been elected before, and how is it that I'm able to get up and champion these things? Give me the vote and say if I don't champion what you got. We hope you win this time. Yes. Wish you all the best. And don't forget us. I will not, because I've already done a few things along the line of what you're asking for, so you won't have to beg me to look at this issue, because I started 4 years ago talking about this issue. So more than likely I'm going to carry through with it. Thank you, Don. Thanks for your time. Have a good one. Take care. ਸਾਡੇ ਨਾਲ ਕੁਝ ਜਿਹੜੇ ਰੈਜ਼ੀਡੈਂਟ ਨੇ ਐਂਬਰ ਗੇਟ ਦੇ ਹੈਗੇ ਨੇ ਐਂਬਰ ਟ੍ਰੇਲ ਐਂਬਰ ਗੇਟਸ ਐਂਬਰ ਗਰੋਵ ਇਹ ਸਾਰਾ ਇੱਕ ਹੀ ਮੈਪਲ ਦਾ ਜਿਹੜਾ ਏਰੀਆ ਕੀ ਪ੍ਰੋਬਲਮ ਨੇ ਜੀ ਸਭ ਤੋਂ ਜ਼ਿਆਦਾ ਪ੍ਰੋਬਲਮ ਤਾਂ ਟ੍ਰੈਫਿਕ ਦੀ ਹੈ ਜਦੋਂ ਸਕੂਲ 'ਚ ਛੁੱਟੀ ਹੁੰਦੀ ਹੈ ਉਸ ਤੋਂ ਬਾਅਦ ਟ੍ਰੈਫਿਕ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਮੈਕਫਿਲਿਪਸ ਤੇ ਟੈਂਪਲਟਨ ਏਰੀਆਸ ਜੀ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਹੋਵੇ ਜਾਂ ਬਾਅਦ 'ਚ ਜਦੋਂ ਛੁੱਟੀ ਵੇਲੇ ਆਪਣੇ ਕੰਮਾਂ ਤੋਂ ਅਸੀਂ ਵਾਪਸ ਆਉਂਦੇ ਹਾਂ ਤਾਂ ਉਸ ਤੋਂ ਬਾਅਦ ਲਾਈਨਾਂ ਇੰਨੀਆਂ ਵੱਡੀਆਂ ਹੁੰਦੀਆਂ ਕਿ ਅੱਧਾ ਘੰਟਾ ਸਿਰਫ ਸਾਨੂੰ ਉਸੇ ਇੰਟਰਸੈਕਸ਼ਨ ਤੇ ਲੱਗ ਜਾਂਦਾ ਜੀ ਜੀ ਤੇ ਦੂਜੀ ਸਾਨੂੰ ਉੱਥੇ ਕੋਈ ਬੈਠਣ ਦੀ ਜਗ੍ਹਾ ਨਹੀਂ ਕੋਈ ਕੁਝ ਨਹੀਂ ਸਾਡੇ ਬਜ਼ੁਰਗ ਆਏ ਹੋਏ ਨੇ ਬਾਹਰੋਂ ਆਏ ਹੋਏ ਨੇ ਹੁਣ ਠੰਡ ਜਿਵੇਂ ਆ ਰਹੀ ਹੈ ਵੱਧ ਮਤਲਬ ਹੌਲੀ ਹੌਲੀ ਵੱਧ ਰਹੀ ਹੈ ਹਨਾ ਤੇ ਉੱਥੇ ਕੋਈ ਬੈਠਣ ਦਾ ਹੈ ਨਹੀਂ ਵੀ ਉਹ ਕਿੱਥੇ ਬੈਠਣ
ਫਿਰ ਜਾਂ ਤਾਂ ਫਿਰ ਹੁਣ ਬਾਅਦ ਚੋਂ ਇਹ ਕਿ ਘਰਾਂ 'ਚ ਬੈਠ ਜਾਣ ਸਿੱਧਾ ਹੀ ਜਾ ਕੇ। ਸਾਨੂੰ ਇੱਕ ਚਾਹੀਦਾ ਵੀ ਕੋਈ ਕਮਿਊਨਿਟੀ ਸੈਂਟਰ ਇਦਾਂ ਦਾ ਹੋਵੇ ਜਿੱਥੇ ਕਿ ਉਹ ਜਾ ਕੇ ਆਪਣੇ ਬੈਠ ਸਕਣ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਸਕਣ। ਜੀ ਬਿਲਕੁਲ ਜੀ, ਬਜ਼ੁਰਗ ਘਰਾਂ ਦੇ ਵਿੱਚ ਬੈਠ ਕੇ ਅੱਕ ਜਾਂਦੇ ਨੇ, ਇਹਨਾਂ ਨੇ ਵੀ ਉਹੀ ਡਿਮਾਂਡ ਹੈਗੀ ਆ ਵੀ ਕਮਿਊਨਿਟੀ ਸੈਂਟਰ ਵੀ ਹੋਣਾ ਚਾਹੀਦਾ। ਚਲੋ ਕਿ ਨਵੀਂ ਡਿਵੈਲਪਮੈਂਟ ਹੁੰਦੀ ਆ ਉੱਥੇ ਹਰ ਇੱਕ ਚੀਜ਼ ਦੀ ਜਿਹੜੀ ਫੈਸਿਲਿਟੀ ਆ, ਲੋਕ ਫੈਸਿਲਿਟੀਆਂ ਭਾਲਦੇ ਨੇ, ਫੈਸਿਲਿਟੀਆਂ ਦੇ ਬਦਲੇ ਲੋਕ ਟੈਕਸ ਦਿੰਦੇ ਨੇ। ਕੀ ਕਹੋਗੇ ਜੀ? ਕੋਈ ਪਾਰਕ ਨਹੀਂ ਹੈਗੀ, ਪਬਲਿਕ ਪਾਰਕ ਕੋਈ ਨਹੀਂ ਹੈ, ਬੱਚਿਆਂ ਦੇ ਖੇਡਣ ਲਈ ਕੋਈ ਵੀ ਇਹੋ ਜਿਹਾ ਪ੍ਰਬੰਧ ਨਹੀਂ ਹੈ। ਸਕੂਲ ਦੇ ਵਿੱਚ ਬੱਚਿਆਂ ਨੂੰ ਜਾਣਾ ਪੈਂਦਾ ਹੈ, ਉੱਥੇ ਜਾ ਕੇ ਖੇਡਦੇ ਨੇ। ਕੋਈ ਬਾਈਕਿੰਗ ਟ੍ਰੇਲ ਨਹੀਂ ਹੈ। ਜੇ ਤੁਸੀਂ ਨੇੜੇ ਦੀ ਕਮਿਊਨਿਟੀਜ਼ ਨੂੰ ਦੇਖੋ, ਉੱਥੇ ਫਿਰ ਵੀ ਸ਼ੈੱਡ ਨੇ, ਪਾਰਕਸ ਨੇ, ਬੱਚੇ ਜਾਂਦੇ ਨੇ। ਪਬਲਿਕ ਲਾਇਬ੍ਰੇਰੀ ਨਹੀਂ ਹੈਗੀ, ਟਰਾਂਸਪੋਰਟੇਸ਼ਨ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਸਵੇਰ ਜਾਓ ਤਾਂ ਕਿਸੇ ਨੇ ਤਾਂ ਮੈਨੂੰ ਲੱਗਦਾ ਹਾਲੇ ਤੱਕ ਇਹ ਵੀ ਨਹੀਂ ਦੇਖਿਆ ਕਿ ਇੱਥੇ ਬੱਸ ਆਉਂਦੀ ਵੀ ਹੈ ਜਾਂ ਕਦੋਂ ਜਾਂਦੀ ਹੈ। ਤੁਸੀਂ ਆਪਣੇ ਜਿਹੜੇ ਚੁਣੇ ਹੋਏ ਲੀਡਰ ਨੇ, ਜਿਹੜੇ ਪਹਿਲਾਂ ਮਤਲਬ ਸਿਟੀ ਦੇ ਵਿੱਚ ਹੈਗੇ ਨੇ, ਚਾਹੇ ਆਪਣੇ ਲੈਜਿਸਲੇਟਿਵ ਅਸੈਂਬਲੀ 'ਚ ਨੇ ਜਾਂ ਫੈਡਰਲ ਸਰਕਾਰ ਨੇ, ਕਿਸੇ ਨਾਲ ਗੱਲਬਾਤ ਹੋਈ ਤੁਹਾਡੀ? ਅਸੀਂ ਪਹਿਲਾਂ ਤਾਂ ਫਸਟ ਆਫ ਆਲ ਜਦੋਂ ਸਕੂਲ ਇਹਨਾਂ ਨੇ ਓਪਨ ਕੀਤਾ ਇੱਥੇ ਹੈ ਨਾ ਟੈਂਪਲ ਟਨ ਤੇ, ਉਹਨੂੰ ਇਹਨਾਂ ਨੇ ਫ੍ਰੈਂਚ ਸਕੂਲ ਬਣਾਤਾ। ਪਹਿਲਾਂ ਤਾਂ ਅਸੀਂ ਉਹਦੇ ਲਈ ਆਵਾਜ਼ ਉਠਾਈ, ਸਾਰਿਆਂ ਨੇ ਪਟੀਸ਼ਨ, ਉਹਨਾਂ ਨਾਲ ਮੀਟਿੰਗਸ ਕੀਤੀਆਂ ਕਿ ਵੀ ਇਹਨੂੰ ਡੂਅਲ ਕਰੋ। ਐਟਲੀਸਟ ਜਿਹੜੇ ਸਾਹਮਣੇ ਸਟਰੀਟ ਤੋਂ ਹੀ ਬੱਚੇ ਆਉਂਦੇ ਆ ਉਹਨਾਂ ਨੂੰ ਕੋਈ ਬੈਨੀਫਿਟ ਹੋਵੇ, ਕਿਸੇ ਨੂੰ ਉਹਦਾ ਕੋਈ ਬੈਨੀਫਿਟ ਨਹੀਂ ਹੈ। ਦੂਸਰੇ ਸਕੂਲਾਂ ਦੇ ਵਿੱਚੋਂ, ਦੂਸਰੇ ਏਰੀਆ ਦੇ ਵਿੱਚੋਂ ਬੱਚੇ ਲੈ ਕੇ ਉਹਨੂੰ ਇਹਨਾਂ ਨੇ ਫਿਲ ਕੀਤਾ ਹੋਇਆ। ਸਾਡੀ ਮੋਸਟਲੀ ਤਾਂ ਅਸੀਂ ਕਹਿੰਦੇ ਹਾਂ ਕਿ ਉਹਨੂੰ ਡੂਅਲ ਕਰੋ, ਐਟਲੀਸਟ ਸਾਡੇ ਬੱਚੇ ਹੀ ਉੱਥੇ ਜਾ ਸਕਣ। ਹੋਰ ਨਹੀਂ ਕੁਝ ਕਰਨਾ, ਤਾਂ ਅਸੀਂ ਟੈਕਸ ਦੇ ਰਹੇ ਹਾਂ, ਫੈਸਿਲਿਟੀ ਕੋਈ ਵੀ ਨਹੀਂ ਹੈ। ਬਿਲਕੁਲ ਜੀ, ਕਮਿਊਨਿਟੀ ਦੇ ਵਿੱਚ ਡਿਵੈਲਪਮੈਂਟ ਹੋ ਜਾਂਦੀ ਆ ਜਦੋਂ ਨਵੀਂ ਕਮਿਊਨਿਟੀ ਬਣਦੀ ਹੈਗੀ, ਪਰ ਉੱਥੇ ਲੋਕਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਤਾਂ ਹੀ ਲੋਕ ਅੱਜ ਇੱਥੇ ਵਿਨੀਪੈਗ ਦੇ ਜਿਹੜਾ ਪੰਜਾਬ ਦੇ ਵਿੱਚ, ਜਿਵੇਂ ਆਪਾਂ ਚੰਡੀਗੜ੍ਹ ਦੇ ਵਿੱਚ ਮਟਕਾ ਚੌਂਕ ਬੋਲਦੇ ਹਾਂ, ਇਹ ਵਿਨੀਪੈਗ ਦਾ ਮਟਕਾ ਚੌਂਕ ਹੈਗਾ। ਇਹਨੂੰ ਤੁਸੀਂ ਲੀਲਾ ਮੈਕਫਲਿਪਸ ਦਾ ਜਿਹੜਾ ਇੰਟਰਸੈਕਸ਼ਨ ਆ, ਬਹੁਤ ਮਸ਼ਹੂਰ ਆ। ਕੋਈ ਵੀ ਇੱਦਾਂ ਦੀ ਰੈਲੀ ਪੰਜਾਬੀਆਂ ਵੱਲੋਂ ਕੀਤੀ ਜਾਂਦੀ ਆ, ਇੱਥੇ ਕੀਤੀ ਜਾਂਦੀ ਆ। ਕੀ ਕਹੋਗੇ? ਹਾਂਜੀ, ਅਸੀਂ ਜਿਵੇਂ ਟ੍ਰੈਫਿਕ ਕੰਟਰੋਲ ਤੇ ਸਾਰਾ ਕੁਝ ਜਿਹੜੀਆਂ ਨੈਸੈਸਰੀ ਨੀਡਸ ਆ ਉਹ ਵੀ ਨਹੀਂ ਸਾਨੂੰ ਮਿਲ ਰਹੀਆਂ, ਤਾਂ ਅਸੀਂ ਉਹਦੇ ਲਈ ਕਰ ਰਹੇ ਹਾਂ। ਬਿਲਕੁਲ ਜੀ, ਬੇਸਿਕ ਲੋੜਾਂ ਨੇ, ਬੇਸਿਕ ਲੋੜਾਂ ਦੇ ਕਰਕੇ ਲੋਕ ਇੱਥੇ ਅੱਜ ਖੜੇ ਨੇ। ਤੁਸੀਂ ਸਾਰੀਆਂ ਕਮਿਊਨਿਟੀ ਦੇ ਵਿੱਚ, ਕਮਿਊਨਿਟੀ ਦੇ ਜਿਹੜੇ ਲੋਕ ਨੇ ਇੱਥੇ ਖੜੇ ਨੇ। ਹਾਂਜੀ, ਇੱਧਰ ਸਾਡੇ ਨਾਲ ਕੀ ਹੋ ਗਿਆ? ਬਿਲਕੁਲ ਜੀ, ਇੱਧਰ ਸਾਡੇ ਨਾਲ ਵੀਰ ਖੜੇ ਨੇ, ਕੈਸਲਬਰੀ ਨੂੰ ਬਿਲੋਂਗ ਕਰਦੇ ਨੇ। ਕੀ ਪ੍ਰੋਬਲਮ ਹੈ ਤੁਹਾਡੇ ਏਰੀਆ ਦੀਆਂ? ਹਾਂਜੀ, ਅਸੀਂ ਕੈਸਲਬਰੀ ਦੇ ਵਿੱਚ ਸਾਨੂੰ ਜਿਵੇਂ ਕਿ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਬੱਸ ਸਰਵਿਸ ਦੀ ਹੈ ਜੀ। ਹੁਣ ਬੱਚੇ, ਚਲੋ ਅਸੀਂ ਹਲੇ ਵੱਡੇ ਆ, ਬੱਚਿਆਂ ਨੂੰ ਪ੍ਰੋਬਲਮ ਆਉਣੀ ਹੈ ਸਕੂਲ ਜਾਣਾ, ਯੂਨੀਵਰਸਿਟੀ ਜਾਣਾ ਗਾ। ਜਿਵੇਂ ਕਿ ਇੱਕ ਸਾਨੂੰ ਜਦੋਂ ਆਪਣਾ ਗੁਰਦੁਆਰਾ ਸਾਹਿਬ ਨੂੰ ਜਾਂਦੇ ਆ, ਸਾਈਡ ਵਾਕ ਨਹੀਂ ਹੈਗੀ ਜੀ ਕੋਈ ਵੀ, ਤੇ ਬਜ਼ੁਰਗ ਬਹਿੰਦੇ ਨੇਗੇ ਆਪਣੇ ਸੱਥ ਦੇ ਵਿੱਚ, ਜਿਵੇਂ ਕਿ ਆਪਣੇ ਬਹਿੰਦੇ ਆ, ਨਾ ਤਾਂ ਉੱਥੇ ਕੋਈ ਬੈਂਚ ਵਗੈਰਾ ਹੈਗੇ ਨੇ ਤੇ ਨਾ ਕੋਈ ਸੈੱਡ ਵਗੈਰਾ ਹੈਗਾ। ਵੈਦਰ ਜਦੋਂ ਖਰਾਬ ਹੁੰਦਾ, ਬਜ਼ੁਰਗ ਕਿੱਥੇ ਜਾਣ ਉੱਠ ਕੇ ਜਦੋਂ ਵੈਦਰ ਖਰਾਬ ਹੁੰਦਾ ਗਾ। ਅਸੀਂ ਚਾਹੁੰਦੇ ਹਾਂ ਕਿ ਇੱਕ ਤਾਂ ਸਾਨੂੰ ਬੱਸ ਸਰਵਿਸ ਦੀ ਜੀ ਬਿਲਕੁਲ ਬਹੁਤ ਜ਼ਿਆਦਾ ਜ਼ਰੂਰਤ ਆ, ਤੇ ਗੁਰਦੁਆਰਾ ਸਾਹਿਬ ਨੂੰ ਇੱਕ ਰਸਤਾ ਜਿਹੜਾ ਕਿ ਸਾਈਡ ਵਾਕ ਬਣਾਈ ਜਾਵੇ ਜੀ, ਤੇ ਆਪਣੇ ਚੇਅਰਾਂ ਦਾ ਪ੍ਰਬੰਧ ਕਰਿਆ ਜਾਵੇ ਜੋ ਵੀ ਹੁੰਦਾ ਗਾ। ਤੇ ਬਸ ਆਹੀ ਸਾਡੀਆਂ ਸਮੱਸਿਆ ਨੇ। ਬਿਲਕੁਲ ਜੀ, ਇਹ ਕੈਸਲਬਰੀ ਦੇ ਵਿੱਚ ਨੇ, ਬਹੁਤ ਵੱਡੀ ਸਮੱਸਿਆ ਕੈਸਲਬਰੀ ਦੀ ਹੈ। ਜੇ ਇਸ ਏਰੀਆ ਦੇ ਵਿੱਚ ਕੁਛ ਨਾ ਕੁਛ ਹੈਗਾ, ਪਰ ਉੱਥੇ ਤਾਂ ਕੁਛ ਵੀ ਨਹੀਂ ਹੈਗਾ, ਕਿਉਂਕਿ ਉੱਥੋਂ ਜਿਹੜੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ, ਕਾਲਜ ਜਾਣਾ ਜਾਂ ਕੰਮਾਂ ਕਾਰਾਂ ਤੇ ਜਾਣਾ, ਉਹਨਾਂ ਨੂੰ ਇੰਗਸਟਰ ਦੇ ਉੱਤੇ ਜਾ ਕੇ ਘੱਟੋ ਘੱਟ 2 ਕਿਲੋਮੀਟਰ ਸਰਦੀ 35-40 -50 ਦੇ ਵਿੱਚ ਤੁਰ ਕੇ ਜਾਣਾ ਪੈਂਦਾ। ਬਹੁਤ ਵਾਰੀ ਆਮ ਤੌਰ ਤੇ ਦੇਖਿਆ ਜਾਂਦਾ। ਦੂਸਰੀ ਇਹਨਾਂ ਨੇ ਵੀਰ ਜੀ ਨੇ ਗੱਲ ਕਰੀ ਆ, ਉੱਥੇ ਨੇੜੇ ਗੁਰਦੁਆਰਾ ਸਾਹਿਬ ਹੈਗਾ, ਆਪਣਾ ਧਾਰਮਿਕ ਸਥਾਨ ਹੈਗਾ, ਪੂਰੀ ਪੰਜਾਬੀ ਕਮਿਊਨਿਟੀ ਹੈਗੀ ਆ। ਸਿਟੀ ਵਾਲਿਆਂ ਨੂੰ ਚਾਹੀਦਾ ਹੈਗਾ ਉੱਥੇ ਇੱਕ ਸਪੈਸ਼ਲ ਸਾਈਡ ਵਾਕ, ਕਿਉਂਕਿ ਉੱਥੇ 60 ਦੀ ਸਪੀਡ ਹੈਗੀ ਆ। ਜਿਹੜੀ ਕਿੰਗ ਐਡਵਰਡ ਪਿੱਛੋਂ ਗ੍ਰੈਵਲ ਰੋਡ ਆ, ਉੱਥੋਂ ਆਪਣੇ ਜੈਫਰਸਨ ਤੇ ਕਿੰਗ ਐਡਵਰਡ ਦੇ ਇੰਟਰਸੈਕਸ਼ਨ ਤੋਂ ਲੈ ਕੇ ਜਿਹੜੀ ਆਪਣੇ ਇੰਗਸਟਰ ਤੱਕ ਰੋਡ ਜਾਂਦੀ ਹੈਗੀ ਆ, ਉਹਦੇ ਉੱਤੇ ਸਪੀਡ ਵੀ ਜ਼ਿਆਦਾ ਹੈਗਾ, ਰੋਡ ਦੀ ਵੀ ਕੋਈ ਕੰਡੀਸ਼ਨ ਵਾਲੀ ਵਧੀਆ ਨਹੀਂ ਹੈਗੀ। ਲੋਕ ਚਾਹੁੰਦੇ ਨੇ ਸਾਨੂੰ ਸਰਵਿਸਾਂ ਮਿਲਣ। ਜੀ ਹਾਂਜੀ, ਇਹੀ ਹੈ। ਮੈਂ ਵੀ ਕੈਸਲਬਰੀ 'ਚ ਰਹਿਣਾ, ਸਾਨੂੰ ਇਹੀ ਪ੍ਰੋਬਲਮ ਆ ਰਹੀਆਂ। ਇੱਕ ਤਾਂ ਅਸੀਂ ਕਹਿੰਦੇ ਆ ਵੀ ਛੇਤੀ ਬੱਸ ਲੱਗਣੀ ਚਾਹੀਦੀ ਆ, ਤੇ ਦੂਜਾ ਸਾਈਡ ਵਾਕ ਦੀ ਬਹੁਤ ਪ੍ਰੋਬਲਮ ਆ ਜਾਂਦੀ ਆ। ਜਦੋਂ ਹੁਣ ਜਾਂਦੇ ਆ ਬਜ਼ੁਰਗ ਸਾਡੇ ਗੁਰਦੁਆਰਾ ਸਾਹਿਬ ਜਾਂਦੇ ਆ, ਹੱਥੋਂ ਸਵੇਰ ਤੁਹਾਨੂੰ ਪਤਾ ਜਾਂਦੇ ਆ, ਹੁਣ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ। ਸੜਕ ਕ੍ਰੋਸ ਕਰਨ ਦੀ ਵੀ ਕਾਫੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ, ਕਿਉਂਕਿ ਉਹਨਾਂ ਦਾ ਤੁਰਿਆ ਨਹੀਂ ਨਾ ਜਾਂਦਾ। ਸਾਰੇ ਤੁਹਾਨੂੰ ਪਤਾ ਗੋਡਿਆਂ ਦੀ ਵੀ ਪ੍ਰੋਬਲਮ ਆ ਰਹੀ ਆ। ਇਹ ਚੀਜ਼ਾਂ ਆ ਰਹੀਆਂ। ਇੱਕ ਆਹੀ ਆ, ਸਾਨੂੰ ਸ਼ਾਇਦ ਵੀ ਸ਼ੈੱਡ ਵੀ ਚਾਹੀਦਾ ਉੱਥੇ, ਕਿਉਂਕਿ ਜਦੋਂ ਹੁਣ ਮੀਂਹ ਕਣੀ ਪੈਂਦਾ ਇੱਕਦਮ ਵਿਚਾਰੇ ਬਜ਼ੁਰਗ ਤਾਂ ਪਹਿਲਾਂ ਹੀ ਗੋਡੇ ਦਾ ਉਹਦੇ ਉੱਠ ਕੇ ਕਿੱਥੇ ਭੱਜ ਲੈਣ। ਬਿਲਕੁਲ ਜੀ, ਬਜ਼ੁਰਗਾਂ ਦੇ ਬੈਠਣ ਲਈ ਵੀ ਜਗ੍ਹਾ ਚਾਹੀਦੀ ਆ। ਸਾਡੇ ਕਮਿਊਨਿਟੀ ਦੇ ਸਾਰੇ ਲੋਕ ਜਿਹੜੇ ਇੱਧਰ ਖੜੇ ਹੈਗੇ ਨੇ, ਅਸੀਂ ਇੱਥੇ ਗੱਲ ਕਰਦੇ ਹਾਂ, ਕਿਉਂਕਿ ਉੱਧਰ ਜੀ। ਹਾਂਜੀ ਸਰ, ਤੁਸੀਂ ਦੱਸੋ, ਆਜੋ ਤੁਸੀਂ ਫਿਰ। ਨਹੀਂ, ਆਜੋ ਮੈਨੂੰ ਰਹਿਣ ਦਿਓ। ਨਹੀਂ ਕੋਈ ਗੱਲ ਨਹੀਂ, ਤੁਸੀਂ ਚੱਲ ਰਿਹਾ ਬਈ। ਪਹਿਲੀ ਗੱਲ ਤਾਂ
ਮੈਂ ਥੈਂਕ ਯੂ ਕਰਦਾ ਵੌਇਸ ਆਫ ਇੰਡੀਆ ਦਾ ਸਾਨੂੰ ਕਵਰ ਕਰਨ ਵਾਸਤੇ ਸਾਡੀ ਰੈਲੀ ਨੂੰ ਇੱਥੇ, ਤੇ ਵੀ ਆਰ ਹਾਈਲੀ ਥੈਂਕਫੁਲ। ਤੇ ਜਿਹੜੇ ਆਪਣੇ ਦੇਖਣ ਵਾਲੇ ਨੇ ਵੌਇਸ ਆਫ ਇੰਡੀਆ, ਉਹਨਾਂ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਬਲਮ ਸਰ ਤੁਹਾਨੂੰ ਸਾਰਿਆਂ ਨੇ ਡਿਸਕਸ ਕੀਤੀਆਂ ਨੇ, ਸਾਰੀਆਂ ਪ੍ਰੋਬਲਮਸ ਨੇ ਸਾਡੀ ਸਾਰੇ ਕਮਿਊਨਿਟੀ ਦੀਆਂ। ਟ੍ਰਾਂਜ਼ਿਟ ਦੀ ਸਰਵਿਸ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਜੀ। ਕਮਿਊਨਿਟੀ ਸੈਂਟਰ ਸਾਨੂੰ ਬਹੁਤ ਚਾਹੀਦਾ ਹੈ। ਬਹੁਤ ਵੱਡਾ ਹੁਣ ਨੇਬਰਹੁੱਡ ਹੋ ਗਿਆ ਹੈਗਾ, ਉਹ ਕਮਿਊਨਿਟੀ ਸੈਂਟਰ ਸਾਡੇ ਵਾਸਤੇ ਕਾਫੀ ਨਹੀਂ ਹੈਗਾ ਜੀ। ਸਾਡੀ ਜਿਹੜੀ ਸਮੱਸਿਆਵਾਂ ਹੈਗੀ, ਸਾਡੀ ਕੈਸਲਬੇਰੀ ਤੋਂ ਲੈ ਕੇ ਅਰੋਰਾ ਤੱਕ ਕੋਈ ਵੀ ਲਾਇਬ੍ਰੇਰੀ ਨਹੀਂ ਹੈਗੀ ਜੀ। ਸਾਨੂੰ ਕੈਸਲਬੇਰੀ ਤੋਂ ਲੈ ਕੇ ਅਰੋਰਾ ਤੱਕ ਘੱਟੋ ਘੱਟ ਇੱਕ ਲਾਇਬ੍ਰੇਰੀ ਦਿੱਤੀ ਜਾਵੇ, ਸਾਨੂੰ ਕਮਿਊਨਿਟੀ ਸੈਂਟਰ ਦਿੱਤਾ ਜਾਵੇ ਜੀ। ਬਿਲਕੁਲ ਜੀ, ਹਰ ਇੱਕ ਦੀਆਂ ਉਹੀ ਡਿਮਾਂਡਸ ਨੇ। ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰੇ ਦੇਖੋ, ਜਿਹੜੇ ਐਂਬਰ ਟ੍ਰੇਲ, ਐਂਬਰ ਗਰੋਵ, ਕੈਸਲਬਰੀ ਤੇ ਅਰੋਰਾ ਹੋਮਸ ਦੇ ਜਿਹੜੇ ਰੈਜ਼ੀਡੈਂਟ ਹੈਗੇ ਨੇ, ਇਹ ਸਾਰੇ ਖੜੇ ਨੇ। ਜਗਰੂਪ ਭਾਈ ਜੀ ਉਹਨਾਂ ਨੂੰ ਵੀ ਬੁਲਾ ਲਓ ਕਿ ਛੇਤੀ ਕਰੋ ਫਿਰ। ਓਕੇ ਵੀ ਸਾਰਿਆਂ ਦਾ ਬਹੁਤ ਧੰਨਵਾਦ ਇੱਥੇ ਇਕੱਠੇ ਹੋਣ ਲਈ, ਕਿਉਂਕਿ ਜਿਹੜੇ ਆਪਣੇ ਇਸ਼ੂ ਹੈ, ਆਪਣੀਆਂ ਇੱਥੇ ਆਲਮੋਸਟ 3 ਤੋਂ 4 ਨੇਬਰਹੁੱਡਸ ਇਕੱਠੀਆਂ ਹੋਈਆਂ, ਐਂਬਰ ਗੇਟ, ਐਂਬਰ ਟ੍ਰੇਲ, ਅਰੋਰਾ, ਤੇ ਮੈਨੂੰ ਬਾਈ ਕੈਸਲਬਰੀ ਤੋਂ ਵੀ ਮਿਲੇ ਹੈ, ਤੇ ਉਹਨਾਂ ਦਾ ਇੱਕ ਕਾਮਨ ਇਸ਼ੂ ਹੈ, ਵਾਟਰਫੋਰਡ ਤੋਂ ਵੀ ਆਏ ਹੈ, ਤੇ ਸਾਰਿਆਂ ਦੇ ਕਾਮਨ ਇਸ਼ੂ ਉਹੀ ਹੈ ਕਿ ਆਪਣੇ ਕੋਲ ਟ੍ਰਾਂਜ਼ਿਟ ਦੀ ਸਰਵਿਸ ਨਹੀਂ ਹੈ, ਆਪਣੇ ਕੋਲ ਟ੍ਰੈਫਿਕ ਕੰਟਰੋਲ ਚਾਹੀਦਾ ਹੈ, ਕਮਿਊਨਿਟੀ ਸੈਂਟਰ ਚਾਹੀਦੇ ਆ, ਪਾਰਕ ਚਾਹੀਦੇ ਆ, ਵਾਟਰ ਸਪਲੈਸ਼ ਪੈਡ ਚਾਹੀਦੇ ਨੇ। ਬੜੇ ਬੇਸਿਕ ਜਿਹੇ ਇਸ਼ੂ ਨੇ। ਕੋਈ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਕੋਈ 10-20 ਮਿਲੀਅਨ ਡਾਲਰ ਦਾ ਕੋਈ ਪ੍ਰੋਜੈਕਟ ਦੇਵੋ। ਕੋਈ ਛੋਟੇ ਸਾਡੇ ਇਸ਼ੂ ਨੇ ਕਿ ਜਿਹੜੇ ਆਪਣੇ ਸਾਰੇ ਬੱਚੇ ਵੀ ਹੈ ਉਹ ਵੀ ਫੇਸ ਕਰਦੇ ਨੇ। ਤੇ ਅਸੀਂ ਜਿਹੜੇ ਹੈਗੇ ਅੱਜ ਆਪਣੇ 3 ਮੇਰਲ ਕੈਂਡੀਡੇਟਸ ਵੀ ਬੁਲਾਏ ਸੀਗੇ। ਸਾਡੇ ਕੋਲ ਡੌਨ ਵੁੱਡਸਟਾਕ ਨੇ, ਰੋਬਰਟ ਹੈ, ਐਂਡ ਦੈਨ ਵੀ ਆਲਸੋ ਹੈਵ ਗਲੈਨ ਮਰੀ ਆਈ ਗੈਸ ਲਾਈਵ ਇੰਟਰਵਿਊ ਕਰ ਰਹੇ ਨੇ। ਤੇ ਅਸੀਂ ਮੇਨ ਸਟ੍ਰੀਮ ਮੀਡੀਆ ਨੂੰ ਵੀ ਕੀਤਾ ਸੀਗਾ। ਆਈ ਐਮ ਜਸਟ ਗੋਇੰਗ ਟੂ ਟੈਲ ਸਮਥਿੰਗ ਇਨ English so that our mayoral candidate will also understand that we have invited the mainstream media and Winnipeg Free Press from this platform. I'm going to tell the Winnipeg Free Press said that they're going to show up at 5:30, and it's very sad none of the Free Press reporter is here. I am very thankful to our Punjabi reporters. They are here, they are covering our event. That's how it was. I personally feel, this is my personal opinion, mainstream media think they all are immigrants, so we are not going to cover their event, or we are on their bottom of their priority list. So through the Robert, Don, or maybe Glenn Murray, they can use their contacts and then let the mainstream media know if they are not going to change their philosophy. We are not in a loss. We were here, 500 people are here, and they need to be here if they really want us to join the mainstream media. So anyways, ਤੁਹਾਡੇ ਸਾਰੇ ਦਾ ਬਹੁਤ ਧੰਨਵਾਦ ਇੱਥੇ ਆਉਣ ਲਈ। ਤੇ ਮੈਂ ਸਿਰਫ I'm going to give 1 or a minute to all the mayoral candidates because they have connect with all the people. I'm just going to ask them what they are going to do, and I'm going to ask them conclude within 60 seconds or 90 seconds because they get a opportunity to connect with the people, and I believe they did pretty well, and we really appreciate that you have came here, and it give us as a residents as a vote because we have a conversation with you. So please be precise. Spend about 60 to 90 seconds without any order. Robert came here, and then I saw Glenn Murray and Don. There's not in a particular order from my right towards the other side. I'm just going to give the mic to them. Hi, Robert. Nima Koma Kuntik Tensi, Nima Tani at the Wampam de Cook. My name is Robert Falcon-Ouellette. I'm the former Member of Parliament for Winnipeg Centre. I'm also a veteran of 27 years in the Canadian Armed Forces, and very happy to be here, and I'm running for Mayor for the City of Winnipeg. And the reason I'm running for Mayor for the City of Winnipeg is because of the children here. Our very first policy we announced was a child-friendly city policy. Too often we do city policies based on what adults need and what are problems of people who are rich and who live in Charleswood and other areas of the city. And what we actually need to do is have policies which really go to the heart of how we actually create communities, and that's with the children. And so this is a UNICEF model which is used around the world. So for instance, every policy of the city has to be evaluated how it benefits our children for the long term. And so when we talk about libraries, when we talk about parks, this is not about allowing land developers to get off the hooks and not develop these projects that they said they would with city councilors because they get some extra payments, or mayors are getting extra payments, and this has been going on for decades, to actually make sure they're held to account, to actually build the extra infrastructure when you have a home, because you all deserve to have that basic civic infrastructure each and every day. And so the only thing I can tell you in the last 2 seconds that I have here,
is I will work day and night to make sure that the services that you deserve are obtained. And I will work for you. And I can't promise you everything, but if we work together, we can actually create something which will be actually beautiful and fine for our city. We can actually create a future for a city which doesn't think about 4 years or 8 years, but actually thinks about 50 to 100 years into the future. So, tapuyaki kitwam, hi, thank you very much. Again, now Glenn is going to speak for 60 to 90 seconds. Okay, all right, very quick. Very quickly. So, as I said to you earlier, I have a record in government. We massively invested in community facilities, and I said, and many of you worked with me through those years, and many of you who are working on our campaign know that most of the facilities that you see are 20 years old. They're 15 years old. They were built when we had different councillors and we had a different mayor. And that was because there was a spending priority on those things. And the spending priority has shifted away from the North End, and it's shifted away from libraries and community centers. Not just in building things, but even if you get a library, it's only open for 6 or 9 hours a week. This is wrong. It wasn't like that. I am committing to shift the priorities quickly to get them back. And as I said to each of you, whether it's the sidewalk or the transit service, every neighborhood in this city, if I am mayor again, as it was last time, will have a neighborhood plan created by all of you for your neighborhood. And you decide library hours, you decide community policing, you decide the priorities for community centers and facilities for your families and your children. And I and the council will work with you and follow those plans. Thank you. Thank you. Yep. Thank you. My name is Don. Years ago, I asked for $250 million to spend on recreational facilities. The shirt that I'm wearing on the back, it says sports capital, not crime capital. I'm not talking about this issue. I'm not promising you anything of this issue. This year I'm saying I want $400 million for recreational facility. Why is that in my platform? My wife and I drove bus for 9 years. I have my own business that is currently going to people's home, and I see and hear firsthand the problem. Why is it that I am not only talking about this? Because I am the guy who have never got elected office, but I've been able to advocate for a lot of things in the city. The blue bins you have in your back lane is because of me. Recycling plastic bags was banned in a lot of these facilities because of me, and I've never had elected office. So this is not a promise to you. If elected, when elected, you don't have to ask me for something that I've started and I've advocated for 4 years ago. Vote down Woodstock. Thank you. Sure. Thanks. Thank you, everybody. Thank you, leaders of this rally. It's where the voices of the people are being heard and pictures are being taken. All over the city, and the North End has a voice, a strong voice that we will listen to. Because when we don't rally and register a concern, sometimes they forgot us. So I'm so proud that we have the leaders that take initiative today to talk about libraries, talk about community center, talk about buses, talk about social services, talk about safe neighborhood. We have mayor candidates, and I work with all of them, especially Glenn Murray, who was mayor before. He delivered lots of stuff, and we have confidence that we have excellent candidate this year, and we will see success, that North Winnipeg especially, we have their attention, and we'll have growth. Wonderful community. On behalf of all the students and teachers in the Seven Oaks School Division, I as a school board trustee, we want to support the call from North Winnipeg for a better neighborhood, better community center, better bus services, better schools. We will do the better schools. Thank you very much. Okay, Garel Saab, we would really thanks to Robert, Glenn Murray, Don, and Derek Dabby, and I believe the Amber Gates have already met with the Derek Dabby. There are already some meetings going. Am I right, Derek? Yeah. So yeah, I'm not going to talk anything about it. Derek knows. We'll have, just like Amber Trail School, which I helped to get the seniors go there after school. We are working on neighborhood, the school, that is the Templeton School, will have the same thing, all the neighbors there, seniors.
can have the school in the afternoons. And we are also talking about dual immersion of our Ambergate school. ਬਿਲਕੁਲ ਜੀ, ਦੈਬੀ ਜੀ ਨੇ ਜਿਹੜੀ ਗੱਲ ਕਹੀ ਆ, ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਜਿਹੜਾ ਆਪਣਾ ਐਂਬਰਗੇਟ ਦੇ ਸਾਹਮਣੇ ਜਿਹੜਾ ਸਕੂਲ ਹੈਗਾ, ਫ੍ਰੈਂਚ ਸਕੂਲ ਹੈਗਾ, ਉੱਥੇ ਆਪਣੇ ਜਿਹੜੇ ਸੀਨੀਅਰਸ ਹੈਗੇ ਨੇ ਉਹ ਸ਼ਾਮ ਨੂੰ ਖੋਲ੍ਹਿਆ ਕਰਨਗੇ ਉਹਨਾਂ ਵਾਸਤੇ। ਉੱਤੇ ਸਾਡੀ ਇਹਨਾਂ ਨਾਲ ਪਿਛਲੇ ਹਫ਼ਤੇ ਮੀਟਿੰਗ ਹੋਈ ਸੀ, ਉੱਥੇ ਇਹਨਾਂ ਨੇ ਪ੍ਰੋਮਿਸ ਕੀਤਾ ਵੀ ਸ਼ਾਮ ਦੇ ਟਾਈਮ ਜਿਹੜੇ ਆਪਣੇ ਜਿੰਨੇ ਵੀ ਸੀਨੀਅਰਸ ਨੇ, ਚਾਹੇ ਉੱਥੇ ਲੇਡੀਜ਼ ਪਾਰਕ ਦੇ ਵਿੱਚ ਆਉਂਦੀਆਂ ਨੇ, ਇੱਕ ਆਪਾਂ ਨੂੰ ਅੰਦਰ ਹਾਲ ਇਹਨਾਂ ਨੇ ਬੈਠਣ ਲਈ ਅਤੇ ਬੱਚਿਆਂ ਦੇ ਖੇਡਣ ਲਈ ਉੱਤੇ ਇਹਨਾਂ ਨੇ ਆਪਾਂ ਨੂੰ ਆਲਰੇਡੀ ਪ੍ਰੋਮਿਸ ਕਰ ਦਿੱਤਾ ਹੈਗਾ। ਇਹਨਾਂ ਨਾਲ ਆਪਾਂ ਨੇ ਉਸ ਸਕੂਲ ਦੀ ਇਹ ਵੀ ਗੱਲ ਕੀਤੀ ਹੈਗੀ ਆ ਵੀ ਸਾਨੂੰ ਇਸ ਸਕੂਲ ਦੇ ਵਿੱਚ ਡਿਊਲ ਮਤਲਬ ਫਰੈਂਚ ਅਤੇ ਇੰਗਲਿਸ਼, ਫਿਲਹਾਲ ਉਹ ਫਰੈਂਚ ਹੈਗਾ ਤਾਂ ਕਿ ਕਿਉਂਕਿ ਉੱਥੇ ਕਮਿਊਨਿਟੀ ਮੋਸਟਲੀ ਪੰਜਾਬੀ ਹੈਗੀ ਆ। ਸਾਡੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਪੇਰੈਂਟਸ ਹੈਗੇ ਨੇ ਦੇ ਡੋਂਟ ਨੋ ਫਰੈਂਚ, ਪ੍ਰੋਬਲਮ ਆ ਰਹੀ ਆ ਉਹਨਾਂ ਨੂੰ, ਸਿਰਫ ਇਹ ਆ ਵੀ ਉਹਨੂੰ ਡਿਊਲ ਕੀਤਾ ਜਾਵੇ। ਐਵਰੀਵਨ ਇਜ਼ ਹੈਪੀ। Thanks. I want to just add very briefly, I want to thank Brother Karamjit, leader, and Brother Nirmal Hardy, leader. They organized that call. Now we hear clearly we need a dual track, both English and French in that school. The school division, I promise you, that's I'm a school division trustee. We have taken that matter seriously, and we want to tell you also we have Punjabi bilingual program now in the school. We are implementing that. So my name again is David Devi, and my Indian name is Devaram. Dhanyavad. Thank you. Thank you. Just 2 more minutes. I'm just going to give the mic to Mr. Garewal from the Aurora, and I have met somebody from the Castleberry too. ਸਾਡੀ ਕੋਸ਼ਿਸ਼ ਹੈ ਕਿ ਆਪਾਂ ਸਾਰੀਆਂ ਨੇਬਰਹੁੱਡ ਨੂੰ ਇੱਕ ਮਿੰਟ ਦੇ ਦਈਏ ਕਿ ਇਹ ਨਾ ਹੋਵੇ ਕਿ ਆਪਣੇ ਕੋਈ ਨੇਬਰਹੁੱਡ ਰਹਿ ਜਾਵੇ, ਕੱਲ ਨੂੰ ਕਹਿਣਗੇ ਭਾਈ ਇਹਨਾਂ ਦਾ ਸੀਗਾ ਸਾਨੂੰ ਦਿੱਤਾ ਨਹੀਂ। ਥੈਂਕ ਯੂ ਕਰਨ ਨੂੰ। ਸਤਿ ਸ੍ਰੀ ਅਕਾਲ ਜੀ, ਮੈਂ ਪੰਜਾਬੀ 'ਚ ਗੱਲ ਕਰੂੰਗਾ ਜੀ ਪਹਿਲਾਂ ਤੁਹਾਡਾ ਸਾਰਿਆਂ ਨਾਲ। ਸੋ ਇੱਥੇ ਸਾਰੇ ਮਿਨਿਸਟਰ ਆਪਣੇ ਪਹੁੰਚੇ ਹੋਏ ਨੇ ਹੈ ਨਾ, ਜੋ ਵੀ ਪਹੁੰਚੇ ਨੇ, ਸੋ ਮੇਅਰ ਲਈ ਖੜੇ ਨੇ ਜਾਂ ਜਿੱਦਾਂ ਵੀ ਖੜੇ ਨੇ ਹੈ ਨਾ, ਸੋ ਉਹਨਾਂ ਨੂੰ ਆਪਾਂ ਸਪੋਰਟ ਕਰਨੀ ਆ। ਜਿਹੜਾ ਤੁਹਾਨੂੰ ਠੀਕ ਲੱਗਦਾ ਹੈ ਨਾ, ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹਨੂੰ ਸਪੋਰਟ ਕਰੋ, ਪਰ ਇੰਨਾ ਧਿਆਨ ਰੱਖੋ ਵੀ ਜਿਹੜਾ ਬੰਦਾ ਆਪਣੀਆਂ ਗੱਲਾਂ ਕਰਦਾ, ਜਿਹੜਾ ਆਪਣੇ ਕੰਮ ਕਰਾਊਗਾ, ਉਸ ਬੰਦੇ ਨੂੰ ਸਪੋਰਟ ਕਰਨੀ ਆ। ਇੰਡੀਆ ਵਾਂਗੂ ਪੋਲੀਟਿਕਸ ਨਾ ਕਰਿਓ ਵੀ ਜਿੱਦਾਂ ਜਿਹੜਾ ਤੁਸੀਂ ਮੈਂ ਉਹਨੂੰ ਜਾਣਦਾ ਜਾਂ ਦੂਜੇ ਨੂੰ ਜਾਣਦਾ, ਤੁਸੀਂ ਉਹਨੂੰ ਸਪੋਰਟ ਨਹੀਂ ਕਰਨੀ ਹੈਗੀ। ਜਿਹੜਾ ਬੰਦਾ ਕੰਮ ਕਰਦਾ, ਤੁਹਾਡੇ ਜਵਾਕਾਂ ਦਾ ਭਵਿੱਖ ਤਾਂ ਬਣਨਾ ਜੇ ਤੁਸੀਂ ਰਾਈਟ ਬੰਦਾ ਚੂਜ਼ ਕਰੋਗੇ, ਰਾਈਟ। ਸੋ ਤੇ ਸੈਕੰਡ I'll say to Derek, so it's a good option that you open, like you said, about the using the school as a community center. But the other problem is, I'm from Aurora. We don't have any school or anything. So I was talking to everyone that if we can have a shed or something else to sit down, like we have older people, at least 50 people over there, so they need a place where they can sit and hang out, right? They don't have anything else to do, so this is the time they can spend their like 2-3 hours together. And if you can provide something for us as well over there, that will be really appreciated, right? Yeah, sure. Thank you. Good timing. This morning I went to the Gurdwara and Pipeline, and I announced the Aurora, we're getting a new school, 5 to 8 years old, 5 to K, and it will be bilingual, and it will have the same amenities as a community school. But in the meantime, will be the French or in Punjabi? Punjabi. But anyway, we will take note. We can improvise. Anything is possible. We can have a small place where the seniors can go out at the shed or something similar as we did in Maples Community Center. Thank you. Thank you, Derek. But that's 2-3 years after, right? So we need to figure out something in between. Okay. ਆਪਾਂ ਥੋੜਾ ਜਿਹਾ ਕੁਇਕ ਰਹਿੰਦੇ ਆ ਕਿਉਂਕਿ ਕੁਇਕ ਰਹਿਣਾ ਕਿਉਂਕਿ ਆਪਾਂ ਟਾਈਮ ਥੋੜਾ ਜ਼ਿਆਦਾ ਲਗਾ ਰਹੇ ਆ। ਸੋ ਬਾਈ ਜੀ ਆਪਣੇ ਨੇ ਪੰਨੂ ਹੋਰੀ, ਇਹ ਕੈਸਲਬਰੀ ਤੋਂ ਨੇ, ਤੇ ਇਹ ਬਾਈ ਆਪਣੇ ਨੇ ਵਾਟਰਫੋਰਡ ਤੋਂ, ਕੈਸਲਬਰੀ ਤੋਂ। ਬਾਈ ਜੀ ਇੱਕ ਮਿੰਟ, ਤੇ ਉਸ ਤੋਂ ਬਾਅਦ ਥੈਂਕ ਯੂ ਬਈ, ਬਹੁਤ ਬਹੁਤ ਧੰਨਵਾਦ। ਤੇ ਆਪਾਂ ਮੇਕ ਸ਼ੋਰ ਕਰਨਾ ਕਿ ਆਪਾਂ ਪੋਸਟਰ ਜਿਹੜੇ ਇਕੱਠੇ ਕਰ ਲਈਏ। ਪਹਿਲਾਂ ਥੈਂਕ ਯੂ ਤੁਹਾਡਾ ਸਾਰਿਆਂ, ਤੁਸੀਂ ਇੱਥੇ ਆਏ ਹੋ। ਮੈਂ ਵਾਟਰਫੋਰਡ ਦੇ ਵਿੱਚ ਰਹਿਣਾ ਜੀ, ਔਰ ਪਹਿਲੀ ਗੱਲ ਆਪਾਂ ਨੂੰ ਇਹ ਸਮਝਣੀ ਚਾਹੀਦੀ ਆ, ਕਿਸੇ ਸਮਝਣਾ ਚਾਹੀਦਾ ਇਸ ਏਰੀਏ ਦੀ ਪ੍ਰੋਬਲਮ ਹੈ। ਦੂਸਰੀ ਗੱਲ ਇਹ ਆ, ਆਪਾਂ ਇੱਥੇ ਇਕੱਠੇ ਹੋਏ ਆ ਤਾਂ ਜਿਵੇਂ ਸਾਡੇ ਨਾਲ ਹੋਇਆ, ਪ੍ਰੋਮਿਸ ਕਰਕੇ ਬਣਾਇਆ ਨਹੀਂ ਸੀ ਗਿਆ ਸੀ ਤਾਂ ਬਾਪੂ ਜੀ ਇੱਥੇ ਜਿਵੇਂ ਬਾਈ ਜੀ ਨੇ ਪਹਿਲਾਂ ਕਿਹਾ ਕਿ ਮੇਨ ਸਟ੍ਰੀਮ ਮੀਡੀਆ ਪ੍ਰੋਮਿਸ ਕਰਕੇ 5 ਮਿੰਟ ਪਹਿਲਾਂ ਉੱਥੇ ਚੀਜ਼ ਪੌੜੀਆਂ ਤੋਂ ਕੋਈ ਜਿਹੜਾ ਰੱਖਿਆ ਗਿਆ ਤੇ ਜਿਹੜਾ ਦੇਣ ਦਾ
ਲਈ ਤਿਆਰ ਰਹਿਣਾ ਚਾਹੀਦਾ। ਜਿੱਥੇ ਵਿਧਾਨ ਸਭਾ ਦੇ ਸਾਹਮਣੇ ਜਾਣਾ ਪੈਂਦਾ ਹਾਂਜੀ, ਮੈਂ ਕੈਸਲਬੈਰੀ ਤੋਂ ਔਰ ਸਾਡੀ ਕਮਿਊਨਿਟੀ ਦਾ ਸੇਮ ਪ੍ਰੋਬਲਮ ਹੈਗੀ ਹੈ ਕਿਉਂਕਿ ਇਸ ਏਰੀਏ ਦੇ ਵਿੱਚ ਕਮਿਊਨਿਟੀ ਜ਼ਿਆਦਾ ਆਪਣੀ ਗਰੋ ਹੋ ਰਹੀ ਹੈ ਪਰ ਉਨੀ ਫੈਸਿਲਿਟੀ ਨਹੀਂ ਮਿਲਦੀ। ਜਿਵੇਂ ਗ੍ਰਾਸ ਕਟਿੰਗ ਇਜ਼ ਨਾਟ ਔਨ ਟਾਈਮ ਐਂਡ ਰੋਡ ਇਜ਼ ਨਾਟ ਵਾਈਡਰ। When we request to the bus service in our community, they said that the road is narrow, very narrow. We can't provide the bus service. Is not a excuse because we not made that road, right? And we request to our Castleberry to Sikh Temple walkway because a lot of pilgrims are going there, and they need to walkway for because in rainy days in winter time that's very muddy, so you can't go on the road. That's it. And lot of issue, but we let it down. Thank you. ਧੰਨਵਾਦ ਜੀ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ। ਥੈਂਕ ਯੂ ਬਹੁਤ ਬਹੁਤ ਆਉਣ ਲਈ। ਤੇ ਆਪਾਂ ਨੂੰ ਇਹ ਜਿਹੜਾ ਸੰਘਰਸ਼ ਹੈ ਇੱਥੇ ਰੁਕਣਾ ਨਹੀਂ ਪਏਗਾ, ਸ਼ਾਇਦ ਆਪਾਂ ਨੂੰ ਦੁਬਾਰਾ ਇਕੱਠਾ ਹੋਣਾ ਪਏ। ਥੈਂਕਸ ਟੂ ਆਲ ਆਰ ਮੇਰਲ ਕੈਂਡੀਡੇਟ, ਮੇ ਦ ਬੈਸਟ ਪਰਸਨ ਵਿਨ। ਥੈਂਕ ਯੂ, ਥੈਂਕਸ ਟੂ ਦ ਕਮਿਊਨਿਟੀ। ਬਿਲਕੁਲ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੌਇਸ ਆਫ ਇੰਡੀਆ ਵੱਲੋਂ ਵੀ ਅਸੀਂ ਸਾਰਿਆਂ ਦਾ ਇੱਥੇ ਇਕੱਠੇ ਹੋਣ ਤੇ ਬਹੁਤ ਧੰਨਵਾਦ ਕਰਦੇ ਹਾਂ। ਲੋਕਾਂ ਦੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਨੇ, ਲੀਡਰ ਕਰ ਸਕਦੇ ਨੇ ਪਰ ਕਰਦੇ ਨਹੀਂ ਹੈਗੇ। ਅਸੀਂ ਚਾਹੁੰਦੇ ਹਾਂ ਜਿਹੜਾ ਵੀ ਇਲੈਕਟਡ ਲੀਡਰ ਹੈਗਾ, ਚਾਹੇ ਉਹ ਕਿਸੇ ਵੀ, ਚਾਹੇ ਆਪਣੇ ਸਿਟੀ ਨਾਲ ਰਿਲੇਟਡ ਆ, ਚਾਹੇ ਉਹ ਫੈਡਰਲ ਨਾਲ ਆ, ਚਾਹੇ ਉਹ ਆਪਣਾ ਪ੍ਰੋਵਿੰਸ ਦੇ ਨਾਲ ਆ, ਉਹਨਾਂ ਨੂੰ ਸਾਡੀ ਭੀੜ ਦਾ ਹਿੱਸਾ ਬਣਨਾ ਚਾਹੀਦਾ ਹੈਗਾ। ਸਾਡੀਆਂ ਪ੍ਰੋਬਲਮ ਥੋੜ੍ਹੀਆਂ ਜਿਹੀਆਂ ਨੇ, ਬਾਹਲੀਆਂ ਵੱਡੀਆਂ ਪ੍ਰੋਬਲਮ ਨਹੀਂ ਹੈਗੀਆਂ। ਉਹਨਾਂ ਨੂੰ ਆ ਕੇ ਸਾਡਾ ਦੁੱਖ ਸੁਣਨਾ ਚਾਹੀਦਾ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਹੈਗਾ। ਅਰੋੜਾ ਹੋਮ ਦੀ ਗੱਲ ਹੈ, ਚਾਹੇ ਕੈਸਲਬਰੀ ਦੀ ਗੱਲ ਹੈ, ਕੈਸਲਬਰੀ ਦੇ ਵਿੱਚ ਬਿਲਕੁਲ ਬੱਸ ਸਰਵਿਸ ਨਹੀਂ ਹੈਗੀ, ਜਿਹੜੀ ਕਿ ਜ਼ੀਰੋ ਹੈਗੀ ਆ। ਉੱਥੋਂ ਸਿਰਫ 3 ਮਿੰਟ ਦਾ ਜਿਹੜਾ ਇੱਕ ਏਰੀਆ ਹੈਗਾ ਜਿੱਥੇ ਬੱਸ ਘੁਮਾ ਕੇ ਦੁਬਾਰਾ ਵਾਪਸ ਐਡਸਨ ਵੱਲ ਜਾ ਸਕਦੇ ਆ। ਸਾਰਿਆਂ ਦਾ ਬਹੁਤ ਬਹੁਤ ਇੱਥੇ ਆਉਣ ਦੇ ਉੱਤੇ ਧੰਨਵਾਦ ਆ। ਥੈਂਕ ਯੂ ਜੀ।